5 ਕਰੋੜ ਰੁਪਈਆ ਕਿੱਥੇ ਰੱਖਿਆ ਜਿਹੜਾ ਉੱਥੋਂ ਲੈ ਕੇ ਆਏ? ਇੱਕ ਬੱਚੀ ਦੇ ਨਾਲ, ਕੁੜੀ ਨਾਲ ਤੁਹਾਡੇ ਸੰਬੰਧ ਸੀ ਔਰ ਉਹ ਪ੍ਰੈਗਨੈਂਟ ਤੱਕ ਹੋਈ, ਜਿਹਨੇ 650 ਗ੍ਰਾਮ ਦੀਆਂ ਖੜਾਵਾਂ ਭੇਟ ਕੀਤੀਆਂ। ਤੁਸੀਂ ਆਪਣੇ ਕੋਲ ਰੱਖੇ ਹੋਏ ਸੀ? ਹਾਂ ਮੇਰੇ ਕੋਲ। ਤੁਸੀਂ ਕਿਸ ਅਧਿਕਾਰ ਨਾਲ ਰੱਖੇ ਆਪਣੇ ਕੋਲ? ਕਿੰਨੀ ਦੇਰ ਤੁਸੀਂ ਆਪਣੇ ਕੋਲ ਰੱਖੇ? ਮੇਰੇ ਕੋਲ ਮੇਰੇ ਖਿਆਲ 4 ਮਹੀਨੇ ਰਿਹਾ। ਜੇ ਵਿਵਾਦ ਨਾ ਹੁੰਦਾ ਤਾਂ ਸ਼ਾਇਦ ਅੱਜ ਵੀ ਤੁਹਾਡੇ ਕੋਲੇ ਹੁੰਦੇ ਹੋ। ਪਰ ਅਸੂਲ ਤਾਂ ਇਹ ਸੀ ਕਿ ਤੁਸੀਂ ਉੱਥੇ ਤੋਸ਼ਾਖਾਨੇ ਜਮ੍ਹਾਂ ਕਰਾਉਂਦੇ ਜਾਂ ਸੁਪਰੀਡੈਂਟ ਨੂੰ ਨੇ। ਤੁਸੀਂ ਕਹਿ ਰਹੇ ਹੋ ਕਿ 5 ਪਿਆਰੇ ਤੁਹਾਨੂੰ ਬੁਲਾਉਣ ਦੇ ਹੱਕਦਾਰ ਨਹੀਂ ਹੈ ਜੀ। 5 ਪਿਆਰੇ ਉਸ ਹੁਕਮਨਾਮੇ ਮੁਤਾਬਕ ਤਾਂ ਨਹੀਂ ਬੁਲਾ ਸਕਦੇ। ਜਥੇਦਾਰ ਜੇ ਕੋਈ ਥਾਪਿਆ ਗਿਆ ਤਖਤ ਸਾਹਿਬ ਦਾ ਤਾਂ ਉਹ ਸੁਪਰੀਮ ਹੋ ਗਿਆ, ਉਹਨੂੰ ਕੋਈ ਸਵਾਲ ਨਹੀਂ ਹੋ ਸਕਦਾ। ਕਹਿੰਦੇ ਅਮਰੀਕਾ 'ਚ ਜਥੇਦਾਰ ਜੀ ਨੂੰ ਨਹੀਂ ਵੜਨ ਦਿੰਦੇ, ਉਹ ਕਹਿੰਦੇ ਉੱਥੇ ਵੜ ਕੇ ਦਿਖਾਉਣ ਅਸੀਂ ਸਾਰੇ। ਅਮਰੀਕਾ ਮੇਰਾ ਘਰ ਹੈਗਾ। ਕਾਨਪੁਰ 'ਚ ਕਹਿੰਦੇ ਕਿ ਛੋਟੀਆਂ ਬੱਚੀਆਂ ਤੋਂ ਕਛਹਿਰੇ ਧਵਾਉਂਦੇ ਰਹੇ ਆ, ਇਹ ਦੋਸ਼ ਤੁਹਾਡੇ ਤੇ ਲਾਇਆ। 70 ਲੱਖ ਰੁਪਇਆ ਇੱਕ ਕਿਰਪਾਨ ਜਿਹੜੀ ਆਉਂਦੀ ਹੈ, ਉਹ ਸਿੰਘ ਸਾਹਿਬ ਕਿੱਥੇ ਜਾਂਦੀ ਹੈ? ਨਾ ਮੈਨੂੰ ਕੋਈ ਨਹੀਂ ਬਈ ਉਹ ਕਿੱਥੋਂ ਆਈ ਹੈ, ਕੌਣ ਲਿਆਇਆ। ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ, ਅਸੀਂ ਉਹ ਬੋਲ। ਉਹ ਤਾਂ ਕਹਿੰਦੇ ਬਣਵਾਈ ਤੁਸੀਂ ਹੈ, ਉਹ ਗਲਤ ਕੈਸ਼ ਦਿੱਤਾ ਗਿਆ ਤੇ ਬਣਵਾਈ ਤੁਸੀਂ ਹੈ। ਉਹ ਤੁਹਾਡੀ ਨਜ਼ਰ 'ਚ ਸੀ, ਤੁਸੀਂ ਬਕਾਇਦਾ ਪਰਚੀ ਪੜ੍ਹਦੇ ਹੋ, ਅਰਦਾਸ ਕਰਦੇ ਹੋ, ਸੰਗਤ ਨੂੰ ਦੱਸਦੇ ਹੋ ਵੀ ਆਹ ਚੀਜ਼ਾਂ ਆਈਆਂ, ਬਿਨਾਂ ਤਸਦੀਕ ਕੀਤੇ ਤੁਸੀਂ ਪੜ੍ਹਦੀ ਹੋ। ਅਸੀਂ ਤਾਂ ਨਹੀਂ ਕਿਸੇ ਨੂੰ ਕਹਿੰਦੇ ਵੀ ਤੂੰ ਗੋਲਕ 'ਚ 1000 ਰੁਪਇਆ ਪਾ ਰਿਹਾ ਤੇ ਪਹਿਲਾਂ ਸਾਨੂੰ ਚੈੱਕ ਕਰਾ ਨਕਲੀ ਹੈ ਕਿ ਅਸਲੀ ਹੈ। ਸਾਡਾ ਇਹ ਫਰਜ਼ ਨਹੀਂ ਬਣਦਾ। ਪਰ ਹਰ ਬੰਦੇ ਦੀ ਤਾਂ ਤੁਸੀਂ ਅਰਦਾਸ ਵੀ ਨਹੀਂ ਕਰਦੇ। ਹੋਰ ਵੀ ਸੰਗਤਾਂ ਨੇ ਸੋਨਾ ਭੇਟ ਕੀਤਾ ਹੋਣਾ, ਦਰਬਾਰ ਸਾਹਿਬ ਸੋਨਾ ਭੇਟ ਹੁੰਦਾ, ਕਦੇ ਇਹੋ ਜਿਹਾ ਵਿਵਾਦ ਕਿਉਂ ਨਹੀਂ ਆਇਆ? ਜੀ ਇਸ ਬਾਰੇ ਮੈਂ ਨਹੀਂ ਕਹਿ ਸਕਦਾ। ਲਾਲਚ ਆਇਆ ਜਥੇਦਾਰ ਜੀ ਕਦੇ ਮਨ 'ਚ? ਕਦੇ ਸੰਗਤ ਮਾਇਆ ਦੇ ਕੇ ਜਾਂਦੀ ਹੈ, ਸੋਨਾ ਭੇਟ ਕਰਦੀ ਹੈ, ਜੇ ਲੋਈਆਂ ਦੀ ਗੱਲ ਆਈ ਹੈ, ਦੇਖੋ ਕਦੇ ਤੁਹਾਡੇ ਜ਼ਿਹਨ 'ਚ ਇਹ ਆਇਆ ਕਿ ਮੈਂ ਆਪਣੇ ਖਾਤਰ ਬਣਾਵਾਂ ਚੀਜ਼ਾਂ? ਜਥੇਦਾਰ ਜੀ ਤੁਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਇੰਟਰਵਿਊ ਦੇ ਰਹੇ ਹੋ, ਕਿ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਕਿਤੇ ਮਾਇਆ ਭੇਟਾ ਅੱਗੇ ਵੀ ਦੇਣੀ ਪੈਂਦੀ ਹੈ? ਅੱਗੇ ਕਿਤੇ ਕਿਸੇ ਹੋਰ ਨੂੰ, ਕਮੇਟੀ ਨੂੰ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ? ਕਿਹਾ ਵੀ ਤੂੰ ਇਹਨਾਂ 3 ਬੰਦਿਆਂ ਦੇ ਨਾਮ ਲੈ ਕੇ ਕਿਹਾ ਵੀ ਇਹਨਾਂ ਨੂੰ ਝਟਕਾ ਦੇ, ਇਹਨਾਂ ਨੂੰ ਖਤਮ ਕਰ ਦੇ, ਇਹਨਾਂ ਨੂੰ ਸਸਪੈਂਡ ਕਰ ਦੇ। ਇਹ ਕਿਹਨੇ ਕਿਹਾ ਤੁਹਾਨੂੰ ਝਟਕਾ ਦੇ? ਆਪਣਾ ਗੁਰਵਿੰਦਰ ਸਿੰਘ ਸਮਰਾ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਤਨਖਾਹੀਆ ਕਰਾਰ ਹੋਏ ਜਥੇਦਾਰ ਰਣਜੀਤ ਸਿੰਘ ਗੌਰੇ ਮਸਕੀਨ ਸਾਹਿਬ ਅੱਜ ਸਾਡੇ ਨਾਲ ਨੇ। ਬਹੁਤ ਸਾਰੇ ਸਵਾਲ ਨੇ, ਸਿੱਧਾ ਸਵਾਲਾਂ ਤੇ ਆਉਣਾ, ਬਹੁਤੀ ਭੂਮਿਕਾ ਬੰਨਣ ਦੀ ਲੋੜ ਨਹੀਂ। ਜਥੇਦਾਰ ਜੀ ਸਵਾਗਤ ਹੈ ਔਨ 에ਅਰ ਦੇ ਉੱਤੇ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਕਰੋੜ ਰੁਪਈਆ ਕਿੱਥੇ ਰੱਖਿਆ ਜਿਹੜਾ ਉੱਥੋਂ ਲੈ ਕੇ ਆਏ ਹੋ? ਜੇ ਕਿਸੇ ਦਿੱਤਾ ਹੋਵੇ ਤਾਂ ਰੱਖਿਆ ਹੋਵੇ। ਤਨਖਾਹੀਆ ਕਰਾਰ ਹੋ ਗਏ, ਏਡੇ ਵੱਡੇ ਫੈਸਲੇ ਆਏ, ਹੁਕਮਨਾਮਾ ਕਿਸੇ ਗਲਤ ਹੀ ਆਇਆ? ਇਹ ਤਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ। ਮੇਰਾ ਤਾਂ ਪੱਖ ਉਹਨਾਂ ਲਿਆ ਹੀ ਨਹੀਂ, ਮੈਨੂੰ ਤਾਂ ਸੁਣਿਆ ਹੀ ਨਹੀਂ। ਜਿਹੜਾ ਬੰਦਾ ਉੱਥੇ ਗਿਆ ਨਹੀਂ, ਉਹਦੇ 8 ਘੰਟੇ ਉਹਦੇ ਮੁੰਡੇ ਨਾਲ ਬੈਠੇ ਰਹੇ ਅੰਦਰ। ਮੈਨੂੰ ਕਿਹਾ ਸੀ ਤੁਹਾਨੂੰ ਹੁਣੇ ਬੁਲਾਉਂਦੇ ਆ, 1 ਘੰਟੇ 2 ਘੰਟੇ, ਮੈਨੂੰ ਕਿਸੇ ਬੁਲਾਇਆ ਨਹੀਂ, ਮੈਂ ਗਿਆ ਨਹੀਂ। ਉਹ ਬੰਦਾ ਖੁਦ ਆਇਆ ਵੀ ਨਹੀਂ ਤੇ ਮੈਨੂੰ ਉੱਥੇ ਬੈਠੇ ਨੂੰ, ਉੱਥੇ ਖੜੇ ਨੂੰ ਮੈਨੂੰ ਬੁਲਾਇਆ ਹੀ ਨਹੀਂ, ਮੇਰੇ ਨਾਲ ਗੱਲ ਹੀ ਨਹੀਂ ਕੀਤੀ, ਮੇਰਾ ਪੱਖ ਹੀ ਨਹੀਂ ਸੁਣਿਆ। ਇਸੇ ਕਰਕੇ ਤਾਂ ਕਿਹਾ ਮੈਂ ਕਿ ਮੈਂ ਇਹ ਹੁਕਮਨਾਮਾ ਮੰਨਣ ਦਾ ਪਾਬੰਦ ਨਹੀਂ ਮੰਨਦੇ ਤੁਸੀਂ? ਕਿਸ ਤਰ੍ਹਾਂ ਮੰਨੀਏ ਜਦ ਨਿਆਂ ਹੀ ਨਹੀਂ ਹੈਗਾ? ਕੀ ਇਹਦੇ 'ਚ ਜਥੇਦਾਰ ਅਕਾਲ ਤਖਤ ਨੂੰ ਇੰਟਰਵੀਨ ਕਰਨਾ ਚਾਹੀਦਾ ਸੀ? ਤੁਸੀਂ ਅਪਰੋਚ ਕੀਤੀ ਉਹਨਾਂ ਨਾਲ? ਹਾਂ, ਉਹਨਾਂ ਨੂੰ ਮੈਂ ਲਿਖਿਆ ਹੋਇਆ, ਤਕਰੀਬਨ ਲਗਭਗ ਮੇਰਾ ਖਿਆਲ 11 ਅਗਸਤ ਦਾ ਹੀ ਉਹਨਾਂ ਨੂੰ ਲਿਖਿਆ ਹੋਇਆ, 12 ਨੂੰ ਉਹਨਾਂ ਨੂੰ ਮੇਲ ਹੋ ਗਿਆ ਸੀ। ਪਰ ਅਜੇ ਤੱਕ ਉਹਨਾਂ ਦਾ ਕੋਈ ਜਵਾਬ। ਏਡੀ ਵੱਡੀ ਗੱਲ ਹੋ ਗਈ, ਉਹ ਬੋਲੇ ਨਹੀਂ, ਇੱਕ ਸ਼ਬਦ ਤੱਕ ਨਹੀਂ ਆਇਆ? ਨਹੀਂ, ਅਜੇ ਤੱਕ ਨਹੀਂ ਉਹਨਾਂ ਦਾ ਕੋਈ ਆਇਆ। ਤਾਂ ਕੌਮੀ ਮਸਲੇ ਕਦੇ ਚਰਚਾ ਕਰਨ ਵਾਸਤੇ ਵੀ ਇੱਕ ਦੂਜੇ ਨਾਲ ਫੋਨ ਤੇ ਗੱਲ ਨਹੀਂ ਕਰਦੇ ਤੁਸੀਂ?
ਨਹੀਂ, ਜਦ ਕੋਈ ਗੱਲ ਹੁੰਦੀ ਹੈ ਤਾਂ ਗੱਲਬਾਤ ਤਾਂ ਹੁੰਦੀ ਹੈ। ਸਿੱਧਾ ਰਾਬਤਾ ਕਦੇ ਨਹੀਂ ਹੁੰਦਾ ਕਿ ਹਾਂ। ਤੁਸੀਂ ਉਹਨਾਂ ਦਾ ਨੰਬਰ ਤੁਹਾਡੇ ਕੋਲੇ ਸੇਵ ਹੋਵੇ, ਨੰਬਰ ਤੁਹਾਡਾ ਉਹਨਾਂ ਹੈ, ਕੋਲੇ ਨੰਬਰ ਹੋਵੇ। ਹੈ, ਨੰਬਰ ਹੈ, ਗੱਲਬਾਤ ਹੁੰਦੀ ਹੈ, ਅਕਸਰ ਹੁੰਦੀ ਹੈ, ਪਰ ਇਹਨਾਂ ਦਿਨਾਂ ਵਿੱਚ ਗੱਲਬਾਤ ਨਹੀਂ ਕੋਈ ਹੋ ਸਕੀ। ਉਹਦਾ ਕਾਰਨ ਇਹੀ ਦੱਸਿਆ ਗਿਆ ਉਹਨਾਂ ਦੇ ਜਿਹੜੇ ਸਹਾਇਕ ਨੇ ਵੀ ਉਹ ਇੰਡੀਆ 'ਚ ਨਹੀਂ ਹੈਗੇ। 3 ਮਹੀਨੇ ਤੋਂ ਵੱਧ ਇਹ ਚੱਲਦਾ ਰਿਹਾ ਰੌਲਾ। ਇੰਟਰਵਿਊ ਸਮਰਾ ਸਾਹਿਬ ਦੀਆਂ ਆਉਂਦੀਆਂ ਰਹੀਆਂ। ਕਦੇ ਨਹੀਂ ਹੋਇਆ ਕਿ ਤੁਹਾਨੂੰ ਕਦੇ ਉਹਨਾਂ ਦਾ ਕਰਟਸੀ ਤੋਂ ਹੀ ਕਾਲ ਆ ਜਾਂਦੀ ਹੈ ਕਿ ਜਥੇਦਾਰ ਜੀ ਇਹ ਚੱਲ ਕੀ ਰਿਹਾ ਹੈ? ਨਹੀਂ, ਕਦੀ ਨਹੀਂ ਆਈ, ਇਸ ਤਰ੍ਹਾਂ ਦੀ ਕਾਲ ਨਹੀਂ ਆਈ। ਇਹ ਅਜੀਬ ਗੱਲ ਨਹੀਂ ਜਾਂ ਫਿਰ ਤੁਹਾਡੇ ਵਾਸਤੇ ਨਾਰਮਲ ਹੈ ਕਿ ਤੁਸੀਂ ਜਿੰਨੇ ਜਥੇਦਾਰ ਨੇ ਤਖਤ ਸਾਹਿਬਾਨਾਂ ਦੇ ਉਹ ਆਪਸ 'ਚ ਇਦਾਂ ਗੱਲ ਹੀ ਨਹੀਂ ਕਰਦੇ? ਨਹੀਂ, ਗੱਲ ਕਰਦੇ ਰਹੇ ਹਾਂ, ਬਿਲਕੁਲ ਗੱਲ ਹਰ ਮਸਲੇ ਤੇ ਹੁੰਦੀ ਰਹੀ ਹੈ, ਹਾਲ ਚਾਲ ਵੀ ਪੁੱਛਦੇ ਰਹੇ ਹਾਂ, ਪਰ ਇਸ ਮਸਲੇ ਤੇ ਕੋਈ ਗੱਲ ਨਹੀਂ, ਉਹਨਾਂ ਵੱਲੋਂ ਕੋਈ ਰਿਪਲਾਈ ਨਹੀਂ ਆਇਆ। ਅਸੀਂ ਪਹਿਲਾਂ ਵੀ ਜਦ ਉਹਦੇ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਜਦ ਸਾਨੂੰ ਕਿਹਾ ਸੀ ਵੀ ਤੁਸੀਂ ਇੱਦਾਂ ਇੱਦਾਂ ਪੇਸ਼ ਹੋਵੋ, ਤੇ ਅਸੀਂ ਉਹਦੇ ਬਾਰੇ ਵੀ ਉਹਨਾਂ ਨੂੰ ਲੈਟਰ ਲਿਖਿਆ ਸੀ ਕਿ ਇਹ ਸਿਧਾਂਤ ਦੇ ਖਿਲਾਫ ਹੋਏਗਾ ਕਿ ਤਖਤ ਸਾਹਿਬ ਦੇ ਜਥੇਦਾਰ ਨੂੰ, ਕਾਇਮ ਮੁਕਾਮ ਜਥੇਦਾਰ ਨੂੰ ਅਗਰ ਪੰਜ ਪਿਆਰੇ ਬੁਲਾਉਂਦੇ ਨੇ ਤਾਂ ਇਹ ਸਿਧਾਂਤਾਂ ਦੇ ਖਿਲਾਫ ਹੋਏਗਾ, ਕਿਉਂਕਿ 22 ਅਕਤੂਬਰ 2015 ਨੂੰ ਤਖਤ ਪਟਨਾ ਸਾਹਿਬ ਦਾ ਆਪਣਾ ਹੀ ਹੁਕਮਨਾਮਾ ਹੈ, ਜਿਹਦੇ ਵਿੱਚ ਹੋਣ ਵਾਲੇ 3 ਸਿੰਘਾਂ ਦੇ ਸਾਈਨ ਵੀ ਨੇ, ਜਿਹਦੇ 'ਚ ਉਹਨਾਂ ਨੇ ਲਿਖਿਆ ਬਈ ਜਥੇਦਾਰਾਂ ਨੂੰ ਬੁਲਾਉਣਾ ਜਿਹੜਾ ਹੈਗਾ ਉਹ ਜਦੋਂ ਰਾਮ ਰਹੀਮ ਵਾਲਾ ਮਸਲਾ ਆਇਆ ਸੀ, ਉਹਦੇ 'ਚ ਪੰਜ ਪਿਆਰੇ ਅਕਾਲ ਤਖਤ ਸਾਹਿਬ ਦੇ ਜਿਹੜੇ ਸਨ ਉਹਨਾਂ ਨੇ ਜਥੇਦਾਰ ਸਾਹਿਬ ਤੋਂ ਸਪਸ਼ਟੀਕਰਨ ਮੰਗਿਆ ਸੀ। ਉਹਦੇ ਬਾਰੇ ਖੁਦ ਤਖਤ ਪਟਨਾ ਸਾਹਿਬ ਦਾ ਹੁਕਮਨਾਮਾ ਹੈ, ਜਿਹਦੀ ਡੇਟ 22 ਅਕਤੂਬਰ 2015 ਹੈ ਤੇ ਉਹਦਾ ਹੁਕਮਨਾਮੇ ਦਾ ਨੰਬਰ H13 ਹੈ। ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਵੀ ਪੰਜ ਪਿਆਰਿਆਂ ਵੱਲੋਂ ਜਥੇਦਾਰਾਂ ਨੂੰ ਬੁਲਾਉਣਾ ਇਹ ਇੱਕ ਆਪੋ ਤਾਪੀ ਵਾਲਾ ਫੈਸਲਾ ਹੈ, ਪੰਥ ਵਿੱਚ ਇਹ ਨਵਾਂ ਬਖੇੜਾ ਕਰੇਗਾ, ਨਵਾਂ ਬਖੇੜਾ ਪੈਦਾ ਕਰੇਗਾ, ਇਸ ਲਈ ਇਹਦੀ ਘੋਰ ਨਿੰਦਾ ਕਰਦੇ ਹੋਏ ਇਹਨੂੰ ਮੂਲੋਂ ਹੀ ਰੱਦ ਕੀਤਾ ਜਾਂਦਾ। ਤਾਂ ਤੁਸੀਂ ਕਹਿ ਰਹੇ ਹੋ ਕਿ ਪੰਜ ਪਿਆਰੇ ਤੁਹਾਨੂੰ ਬੁਲਾਉਣ ਦੇ ਹੱਕਦਾਰ ਨਹੀਂ ਹੈ? ਜੀ, ਪੰਜ ਪਿਆਰੇ ਉਸ ਹੁਕਮਨਾਮੇ ਮੁਤਾਬਕ ਤਾਂ ਨਹੀਂ ਬੁਲਾ ਸਕਦੇ, ਜਦੋਂ ਉਹ ਇਹਨਾਂ ਪੰਜ ਪਿਆਰੇ ਸਾਹਿਬਾਨਾਂ 'ਚੋਂ 3 ਉਹਦੇ ਵਿੱਚ ਸ਼ਾਮਲ ਨੇ। ਇੱਕ ਸਾਬਕਾ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਦੇ ਸਾਈਨ ਨੇ, ਇੱਕ ਸੱਚਖੰਡ ਵਾਸੀ ਗਿਆਨੀ ਰਜਿੰਦਰ ਸਿੰਘ ਜੀ ਸਨ ਹੈਡ ਗ੍ਰੰਥੀ ਸਾਹਿਬ, ਉਹਨਾਂ ਦੇ ਸਾਈਨ ਨੇ। ਤਾਂ ਜਥੇਦਾਰ ਜੇ ਕੋਈ ਥਾਪਿਆ ਗਿਆ ਤਖਤ ਸਾਹਿਬ ਦਾ ਤਾਂ ਉਹ ਸੁਪਰੀਮ ਹੋ ਗਿਆ, ਉਹਨੂੰ ਕੋਈ ਸਵਾਲ ਨਹੀਂ ਹੋ ਸਕਦਾ? ਨਹੀਂ, ਸਵਾਲ ਕਰ ਸਕਦੇ ਹੋ ਪਰ ਤਲਬ ਨਹੀਂ ਕਰ ਸਕਦੇ। ਕੌਣ ਸਵਾਲ ਕਰ ਸਕਦਾ? ਤੁਸੀਂ ਕਰ ਸਕਦੇ ਹੋ, ਕੋਈ ਵੀ ਕਰ ਸਕਦਾ ਸਵਾਲ। 70 ਲੱਖ ਰੁਪਇਆ ਇੱਕ ਕਿਰਪਾਨ ਜਿਹੜੀ ਆਉਂਦੀ ਹੈ ਉਹ ਸਿੰਘ ਸਾਹਿਬ ਕਿੱਥੇ ਜਾਂਦੀ ਹੈ? 70 ਲੱਖ ਦੀ ਕੋਈ ਕਿਰਪਾਨ ਆਈ ਨਹੀਂ, ਆਈ ਹੈ ਕਿ ਨਹੀਂ ਆਈ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ। ਤੁਹਾਡੇ ਹੱਥ 'ਚ ਪੈਸਾ ਆਇਆ 70 ਲੱਖ ਰੁਪਇਆ? ਨਾ, 70 ਰੁਪਏ ਵੀ ਨਹੀਂ ਆਏ, 70 ਲੱਖ ਤੱਕ ਦੇ ਰਹਿ ਗਏ। ਉਹ ਤੁਹਾਡੀ ਨਜ਼ਰ 'ਚ ਸੀ, ਤੁਸੀਂ ਬਕਾਇਦਾ ਪਰਚੀ ਪੜ੍ਹਦੇ ਹੋ, ਅਰਦਾਸ ਕਰਦੇ ਹੋ, ਸੰਗਤ ਨੂੰ ਦੱਸਦੇ ਹੋ ਵੀ ਆਹ ਚੀਜ਼ਾਂ ਆਈਆਂ, ਬਿਨਾਂ ਤਸਦੀਕ ਕੀਤੇ ਤੁਸੀਂ ਪੜ੍ਹਤੀ? ਉਹ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਕੋਈ ਵੀ ਸ਼ਰਧਾਲੂ ਹੈ, ਸਾਡੇ ਵਾਸਤੇ ਤਾਂ ਗੁਰੂ ਰੂਪ ਹੈ, ਉਹ ਭਾਵੇਂ ਉਹ ਚੰਗਾ ਹੈ ਕਿ ਮਾੜਾ ਹੈ ਉਹਨੂੰ ਪਤਾ, ਸਾਡੇ ਵਾਸਤੇ ਤਾਂ ਉਹ ਪੂਜਨੀਕ ਹੈ। ਅਸੀਂ ਤਾਂ ਨਹੀਂ ਕਿਸੇ ਨੂੰ ਕਹਿੰਦੇ ਵੀ ਤੂੰ ਗੋਲਕ 'ਚ 1000 ਰੁਪਇਆ ਪਾ ਰਿਹਾ ਤੇ ਪਹਿਲਾਂ ਸਾਨੂੰ ਚੈੱਕ ਕਰਾ ਨਕਲੀ ਹੈ ਕਿ ਅਸਲੀ ਹੈ, ਸਾਡਾ ਇਹ ਫਰਜ਼ ਨਹੀਂ ਬਣਦਾ। ਪਰ ਹਰ ਬੰਦੇ ਦੀ ਤਾਂ ਤੁਸੀਂ ਅਰਦਾਸ ਵੀ ਨਹੀਂ ਕਰਦੇ? ਨਹੀਂ, ਜਿਹੜਾ ਅਰਦਾਸ ਕਰਾਵੇ ਉਹਦੀ ਕਰਦੇ। ਇਹ ਸਮਰਾ ਸਾਹਿਬ ਨੇ ਤੁਹਾਨੂੰ ਪਰਚੀ ਫੜਾਈ ਆ ਕੇ? ਉਹ ਇਹਨਾਂ ਦੇ ਨਾਲ ਹੀ ਸੀ ਕੋਈ ਸੱਜਣ ਜਿਨ੍ਹਾਂ ਨੇ ਮੈਨੂੰ ਪਹਿਲਾਂ ਹੀ ਰਹਿਰਾਜ ਸਾਹਿਬ ਜਾਣ ਤੋਂ ਪਹਿਲਾਂ ਹੀ ਪਰਚੀ ਫੜਾਤੀ ਵੀ ਇਹ ਚੀਜ਼ਾਂ ਆਈਆਂ ਨੇ, ਉਹ ਪੜ੍ਹ ਕੇ ਮੈਂ ਵੀ ਸੁਣਾਈਆਂ ਨੇ, ਉਹ ਪੜ੍ਹ ਕੇ ਉੱਥੋਂ ਦੇ ਜਨਰਲ ਸਕੱਤਰ ਨੇ ਵੀ ਸੁਣਾਈਆਂ ਨੇ। ਸਾਡੀ ਤਾਂ ਖੁਸ਼ੀ ਬਹੁਤ ਸੀ ਕਿ ਤਖਤ ਸਾਹਿਬ ਮਾਇਆ ਆਈ ਹੈ, ਸਰਮਾਇਆ ਹੈ, ਜਿਵੇਂ ਇਹਨਾਂ ਕਿਹਾ ਵੀ ਪੀੜਾ ਸਾਹਿਬ ਸੋਨੇ ਦਾ ਬਣਿਆ ਹੋਇਆ, ਚੌਰ ਸੋਨੇ ਦਾ ਬਣਿਆ ਹੋਇਆ, ਹੋਰ ਚੀਜ਼ਾਂ ਸੋਨੇ ਦੀਆਂ ਬਣੀਆਂ। ਜਦੋਂ ਅਰਦਾਸ ਕਰਦੇ ਹੋ, ਜਦੋਂ ਭੇਟ ਕੀਤੀ ਜਾਂਦੀ ਹੈ, ਗੁਰੂ ਮਹਾਰਾਜ ਨੂੰ ਅਰਪਣ ਕੀਤਾ ਜਾਂਦਾ, ਉਦੋਂ ਤੁਹਾਡੇ ਸਾਹਮਣੇ ਹੀ ਹੋਊਗੀ, ਉਹ ਪਈ ਹੋਊਗੀ ਉਸ ਵੇਲੇ? ਹਾਂ, ਚੀਜ਼ਾਂ ਉੱਥੇ ਰੱਖ ਦਿੰਦੇ ਨੇ ਸਾਹਮਣੇ, ਉਹਦੇ 'ਚ ਤਾਂ ਕੋਈ ਨਹੀਂ। ਤਾਂ ਤੁਸੀਂ ਆਪ ਉਚੇਚੇ ਤੌਰ ਤੇ ਦੇਖਿਆ ਨਹੀਂ, ਨਾ ਹੱਥ ਲਾਇਆ ਉਹਨੂੰ? ਨਾ, ਕਿਧਰੇ ਵੀ ਨਹੀਂ। ਇੱਕ ਪੀੜਾ ਸਾਹਿਬ ਦੱਸ ਰਿਹਾ ਉਹ ਸੀਗਾ ਸੋਨੇ ਦਾ? ਕੋਈ ਹੱਥ ਨਹੀਂ ਲੱਗਾ ਉਹਨੂੰ, ਨਾ ਮੈਨੂੰ ਦਿੱਤਾ ਗਿਆ, ਨਾ ਮੈਂ ਹੱਥ ਲਾਇਆ, ਨਾ ਮੈਂ ਰਿਸੀਵ ਕੀਤਾ। ਜੇ ਮੈਂ ਰਿਸੀਵ ਕਰਾਂਗਾ ਤਾਂ ਮੇਰੀ ਰਿਸੀਵਿੰਗ ਹੋਏਗੀ। ਬਿਲਕੁਲ ਨਾ ਸਾਨੂੰ ਦੱਸਿਆ ਗਿਆ ਵੀ ਕਿੱਥੋਂ ਪੀੜਾ ਲਿਆਂਦਾ ਹੈ, ਕਿੰਨੇ ਪੀੜਾ ਬਣਾਇਆ ਹੈ। ਇਹਨਾਂ ਦਾ ਸਗੋਂ ਇੱਕ ਲੈਟਰ ਮੇਰੇ ਕੋਲ ਆਇਆ ਕਿ ਆ ਪੀੜਾ ਸਾਹਿਬ ਸੋਨੇ ਦਾ ਬਣਿਆ ਹੋਇਆ, ਚੌਰ ਸੋਨੇ ਦਾ ਬਣਿਆ ਹੋਇਆ, ਇਹਨਾਂ ਦੇ ਆਪਣੇ ਲੈਟਰ ਹੈਡ ਤੇ ਹੈ, ਇਹਨਾਂ ਨੇ ਖੁਦ ਭੇਜਿਆ। ਹਾਂਜੀ। ਕਿਹਨਾਂ ਦੇ ਲੈਟਰ ਹੈਡ ਤੇ ਜੀ? ਗੁਰਵਿੰਦਰ ਸਿੰਘ ਸਮਰਾ ਦੇ। ਇਹਨਾਂ ਸਾਨੂੰ ਖੁਦ ਭੇਜਿਆ ਵੀ ਆਹ ਚੀਜ਼ਾਂ ਅਸੀਂ ਭੇਜ ਰਹੇ ਹਾਂ। ਇਹਨਾਂ ਨੇ ਬਕਾਇਦਾ ਵੀਡੀਓ 'ਚ ਬੋਲਿਆ ਵੀ ਹੈ। ਉਹਦੇ 'ਚ ਕੀਮਤ ਲਿਖੀ ਜਾਂਦੀ ਹੈ ਜਿਹੜਾ ਲੈਟਰ ਹੈਡ ਤੁਸੀਂ ਦੱਸ ਰਹੇ ਹੋ? ਨਹੀਂ, ਕੀਮਤ ਕੋਈ ਨਹੀਂ, ਕੀਮਤ ਦਾ ਸਿਰਫ ਇਹ ਦੱਸਿਆ ਜਾਂਦਾ ਕਿੰਨੇ ਤੋਲੇ ਸੋਨਾ ਲੱਗਿਆ, ਇਹ ਵੀ ਨਹੀਂ ਲਿਖਿਆ ਹੁੰਦਾ? ਨਾ, ਇਹ ਵੀ ਨਹੀਂ ਲਿਖਿਆ। ਇਹਦੇ 'ਚ ਇਹਨਾਂ ਨੇ ਜਿਹੜਾ ਮੈਨੂੰ ਪਰਚਾ ਦਿੱਤਾ ਸੀ ਉਹਦੇ 'ਚ ਲਿਖਿਆ ਵੀ 1.25 ਸੇਰ ਸੋਨੇ ਦੀ ਕਿਰਪਾਨ ਹੈ। ਪਰ ਪਹਿਲਾਂ 2 ਸੇਰ ਬੋਲਿਆ ਤੁਸੀਂ?
ਹਾਂ, ਉਹਦੇ ਚ ਪਹਿਲਾਂ ਇਹਨਾਂ ਜਿਹੜਾ ਦਿੱਤਾ ਸੀ ਉਹਦੇ ਚ 2 ਸ਼ੇਰ ਇਹਨਾਂ ਬੋਲਿਆ ਤਾਂ ਮੈਂ ਉਹ 2 ਸ਼ੇਰ ਬੋਲ ਦਿੱਤਾ। ਹੂੰ, ਬਾਅਦ ਚ ਇਹਨਾਂ ਨੇ ਕਿਹਾ ਵੀ 1.25 ਸ਼ੇਰ ਹੈ ਤਾਂ ਮੈਂ 1.25 ਸ਼ੇਰ ਮੰਨ ਲਿਆ। ਮੇਰੇ ਕੋਲ ਕਿਹੜਾ ਤਰਾਜ਼ੂ ਹੈ ਵੀ ਮੈਂ ਤੋਲ ਲਵਾਂਗਾ, ਦੇਖ ਲਵਾਂਗਾ, ਨਾ ਤਾਂ ਮੈਂ ਸੋਨੇ ਦਾ ਕੰਮ ਜਾਣਦਾ ਕਿ ਮੈਂ ਪਰਖ ਲਵਾਂਗਾ ਸਹੀ ਹੈ ਕਿ ਗਲਤ ਹੈ। ਜਿਵੇਂ ਇਹਨਾਂ ਨੇ ਕਿਹਾ ਸਾਡੀ ਖੁਸ਼ੀ ਬਹੁਤ ਸੀ, ਅਸੀਂ ਉਹਦੇ ਚ ਇਹਨਾਂ ਨੂੰ ਮਾਣ ਪੱਤਰ ਵੀ ਦਿੱਤਾ ਵੀ ਇਹ ਅਨੰਨ ਸੇਵਕ ਨੇ, ਇਹਨਾਂ ਗੁਰੂ ਘਰ ਦੀ ਬਹੁਤ ਸੇਵਾ ਕੀਤੀ। ਜਥੇਦਾਰ ਜੀ ਇਹ ਕਿਵੇਂ ਹੋ ਗਿਆ ਕਿ ਇਹ ਗਲਤੀ ਪਹਿਲੀ ਵਾਰ ਜਥੇਦਾਰ ਰਣਜੀਤ ਸਿੰਘ ਗੌਹਰ ਤੋਂ ਹੀ ਹੁੰਦੀ ਹੈ? ਇਸ ਤੋਂ ਪਹਿਲਾਂ ਕੌਮ ਦੇ ਇੰਨੇ ਜਥੇਦਾਰ ਆਏ, ਮੌਜੂਦਾ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਹੋਰ ਵੀ ਸੰਗਤਾਂ ਨੇ ਸੋਨਾ ਭੇਟ ਕੀਤਾ ਹੋਣਾ, ਦਰਬਾਰ ਸਾਹਿਬ ਸੋਨਾ ਭੇਟ ਹੁੰਦਾ, ਕਦੇ ਇਹੋ ਜਿਹਾ ਵਿਵਾਦ ਕਿਉਂ ਨਹੀਂ ਆਇਆ? ਜੀ ਇਸ ਬਾਰੇ ਮੈਂ ਨਹੀਂ ਕਹਿ ਸਕਦਾ, ਪਰ ਮੇਰੀ ਗਲਤੀ ਇਸ ਕਰਕੇ ਨਹੀਂ ਹੈ ਕਿਉਂਕਿ ਮੈਨੂੰ ਕੋਈ ਪਰਖ ਤਾਂ ਹੈ ਨਹੀਂ ਕਿਸੇ ਚੀਜ਼ ਦੀ। ਨਾ ਇਹਨਾਂ ਮੈਨੂੰ ਕਿਹਾ ਬਈ ਪਰਖ ਕਰ ਲਓ, ਨਾ ਮੈਂ ਪਰਖ ਕਰਨੀ ਸੀ। ਇਹ ਤਾਂ ਸੁਪਰਡੈਂਟ ਨੇ ਕਰਨੀ ਹੈ ਜਾਂ ਮੈਨੇਜਮੈਂਟ ਨੇ ਕਰਨੀ ਹੈ। ਉਹ ਜਦ ਇੱਥੋਂ ਹੀ ਰੌਲਾ ਪਿਆ, ਜਦ ਸਰਦਾਰ ਅਵਤਾਰ ਸਿੰਘ ਹਿੱਤ ਹੋਣਾ ਨੇ ਉਹਦੀ ਜਾਂਚ ਪੜਤਾਲ ਕਰਵਾਈ, ਜਿਸ ਦਿਨ ਤੋਂ ਜਾਂਚ ਪੜਤਾਲ ਹੋਈ ਉਸੇ ਦਿਨ ਤੋਂ ਸਮਰਾ ਸਾਹਿਬ ਬੋਲਣ ਲੱਗ ਪਏ ਇਹ ਫਲਾਣਾ ਹੈ, ਇਹ ਹੈ, ਉਹ ਹੈ। ਮੈਨੂੰ ਕਿਹਾ ਵੀ ਤੂੰ ਇਹਨਾਂ 3 ਬੰਦਿਆਂ ਦੇ ਨਾਮ ਲੈ ਕੇ ਕਿਹਾ ਵੀ ਇਹਨਾਂ ਨੂੰ ਝਟਕਾ ਦੇ, ਇਹਨਾਂ ਨੂੰ ਖਤਮ ਕਰ ਦੇ, ਇਹਨਾਂ ਨੂੰ ਸਸਪੈਂਡ ਕਰ ਦੇ। ਉੱਥੇ ਕੋਈ ਪ੍ਰੋਸੀਜਰ ਹੈਗਾ, ਕੋਈ ਗਲਤੀ ਲੱਭੋਗੇ ਕਿਸੇ। ਇਹ ਕਿਹਨੇ ਕਿਹਾ ਤੁਹਾਨੂੰ ਝਟਕਾ ਦੇ? ਆਪਣਾ ਗੁਰਵਿੰਦਰ ਸਿੰਘ ਸਮਰਾ ਨੇ। ਉਹ ਚਾਹੁੰਦੇ ਸੀਗੇ ਕਿ ਕੁਝ ਵਿਅਕਤੀ ਜਿਹੜੇ ਕੁਝ ਉੱਥੋਂ ਦੇ ਕਮੇਟੀ ਦੇ ਵਿੱਚ ਬੰਦੇ ਨੇ, ਨਹੀਂ ਉਹ ਜਿਹੜੇ ਆਪਣੇ ਗ੍ਰੰਥੀ ਸਾਹਿਬਾਨ ਨੇ, ਕਿਉਂਕਿ ਇਹਨਾਂ ਨੇ 11 ਜੂਨ ਨੂੰ ਇੱਕ ਸਾਨੂੰ ਚੈੱਕ ਦੀ ਫੋਟੋ ਭੇਜੀ ਹੈ ਜਿਹਦੇ ਚ ਲਿਖਿਆ ਹੋਇਆ ਵੀ 10 ਕਰੋੜ ਦਾ ਇਹ ਚੈੱਕ ਹੈ। ਤੇ ਇਹ ਅਸੀਂ ਤਖਤ ਸਾਹਿਬ ਪ੍ਰਬੰਧਕ ਕਮੇਟੀ ਦੇ ਨਾਂ ਤੇ ਇਹਨਾਂ ਨੇ ਚੈੱਕ ਕੱਟ ਕੇ ਉਹਦੀ ਫੋਟੋ ਸਾਨੂੰ ਆਈ ਜੀ। ਇਹਨਾਂ ਹੋਰ ਵੀ ਗਰੁੱਪਾਂ 'ਚ ਪਾਈ ਹੋਏਗੀ। ਤੇ ਫਿਰ ਮੈਨੂੰ ਕਹਿਣ ਲੱਗੇ, ਮੈਂ ਇਹਨਾਂ ਨੂੰ ਫੋਨ ਤੇ ਮੇਰੀ ਗੱਲ ਹੋਈ, ਮੈਂ ਕਿਹਾ ਵੀ ਤੁਸੀਂ ਜਿਹੜਾ ਚੈੱਕ ਲਿਆਂਦਾ ਹੈਗਾ ਉਹ ਤਖਤ ਸਾਹਿਬ ਜਮ੍ਹਾਂ ਕਰਾ ਦਿਓ। ਇਹ ਕਹਿਣ ਲੱਗੇ ਵੀ ਅਸੀਂ ਤਾਂ ਸਵੇਰੇ 2:30 ਵਜੇ ਗਏ ਸੀ ਤੇ ਬਲਦੇਵ ਸਿੰਘ ਉਹਨਾਂ ਦਾ ਨਾਮ ਲਿਆ ਜਿਹੜੇ ਐਡੀਸ਼ਨਲ ਹੈਡ ਗ੍ਰੰਥੀ ਨੇ ਸਾਡੇ ਨਾਲ, ਔਰ ਕਹਿੰਦੇ ਫਿਰ ਗੁਰਦਿਆਲ ਸਿੰਘ ਦਾ ਨਾਮ ਲਿਆ, ਹੋਰ ਦਾ ਵੀ ਨਾਮ ਲਿਆ ਵੀ ਇਹਨਾਂ ਨੇ ਸਾਡੇ ਕੋਲੋਂ ਚੈੱਕ ਲਿਆ ਨਹੀਂ ਜੀ। ਚੈੱਕ ਇੰਨਾ ਵੱਡਾ ਕੋਈ ਨਾ ਲਵੇ ਇਹ ਹੋ ਨਹੀਂ ਸਕਦਾ। ਨਾਲੇ ਉਹ ਕੋਈ ਪਰਸਨਲ ਨਹੀਂ ਹੈ, ਤੁਸੀਂ ਤਖਤ ਸਾਹਿਬ ਦੇ ਖਾਤੇ 'ਚ ਅਸੂਲ ਕੀ ਕਹਿੰਦੇ ਹੈ? ਜੇ ਕਿਸੇ ਨੇ ਮੰਨ ਲਓ ਅੱਜ ਮੈਂ ਇੱਕ ਸ਼ਰਧਾਲੂ ਦੇ ਤੌਰ ਤੇ ਹਰਮੰਦਰ ਸਾਹਿਬ ਜਾਵਾਂ ਜਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜਾਵਾਂ ਤੇ ਮੈਂ ਕਹਾਂ ਕਿ ਮੈਂ ਇੰਨੀ ਮਾਇਆ ਭੇਟ ਕਰਨੀ, ਉਹਦਾ ਅਸੂਲ ਕੀ ਕਹਿੰਦਾ ਹੈ? ਉਹ ਦਫ਼ਤਰ ਜਮ੍ਹਾਂ ਕਰਾ ਦੇਣਾ। ਜਥੇਦਾਰ ਕੋਲੇ ਜਾਣ ਦਾ ਕੋਈ ਮਤਲਬ ਨਹੀਂ ਹੈ। ਨਾ ਭਾਵੇਂ ਮੈਂ ਸੋਨੇ ਦੀ ਕਿਰਪਾਨ ਲੈ ਜਾ, ਭਾਵੇਂ ਮੈਂ ਕੋਈ ਕਲਗੀ ਲੈ ਜਾ, ਉਹ ਜਾਂਦੀ ਕਮੇਟੀ ਕੋਲੇ, ਉਹ ਕਮੇਟੀ ਕੋਲ ਹੀ ਜਾਣੀ ਹੈ ਕਿਉਂਕਿ ਉਹਦਾ ਹਿਸਾਬ ਕਿਤਾਬ ਸਾਰਾ ਉਹਦੀ ਜਾਂਚ ਪੜਤਾਲ ਕਮੇਟੀ ਨੇ ਕਰਨੀ ਹੈ। ਤਾਂ ਉਹਦੀ ਜਿਹੜੀ ਸੋਨੇ ਦੀ ਪਰਖ ਹੈ ਉਹ ਸੁਪਰੀਡੈਂਟ ਨੇ ਕਰਨੀ ਹੈ, ਜਿਹੜਾ ਮਰਜ਼ੀ ਉਹਨਾਂ ਚੋਂ ਕਰੇ। ਕੀ ਉਹ ਕਿਸੇ ਜੁਐਲਰ ਕੋਲੇ, ਕਿਸੇ ਜੌਹਰੀ ਕੋਲੇ ਲੈ ਕੇ ਜਾਂਦੇ ਆ? ਹਾਂਜੀ, ਇਹੀ ਪ੍ਰੋਸੀਜਰ ਹੈ। ਇਸ ਗੱਲ ਦੀ ਨੌਲੇਜ ਜਥੇਦਾਰ ਨੂੰ ਹੁੰਦੀ ਹੈ? ਨਹੀਂ, ਹਮੇਸ਼ਾ ਨਹੀਂ। ਜਥੇਦਾਰ ਦਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ? ਇਹਦਾ ਨਾਲ ਕੋਈ ਮਤਲਬ। ਪਤਾ ਹੋ ਵੀ ਸਕਦਾ, ਨਹੀਂ ਪਤਾ ਹੋ ਸਕਦਾ। ਹਾਂ। ਤਾਂ ਜਦੋਂ ਇਹ ਕਿਰਪਾਨ ਦੀ ਗੱਲ ਆਈ ਤੁਹਾਨੂੰ ਔਰ ਇਸ ਸੋਨੇ ਦੀ ਗੱਲ ਆਈ, ਤੁਹਾਨੂੰ ਉਹਦੀ ਨੌਲੇਜ ਸੀਗੀ ਸਾਰੀ? ਨਾ, ਮੈਨੂੰ ਕੋਈ ਨੌਲੇਜ ਨਹੀਂ ਬਈ ਉਹ ਕਿੱਥੋਂ ਆਈ ਹੈ, ਕੌਣ ਲਿਆਇਆ। ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ, ਅਸੀਂ ਉਹ ਬੋਲ ਦਿੱਤਾ। ਉਹ ਤਾਂ ਕਹਿੰਦੇ ਬਣਵਾਈ ਤੁਸੀਂ ਹੈ, ਉਹ ਗਲਤ ਕੈਸ਼ ਦਿੱਤਾ ਗਿਆ ਤੇ ਬਣਵਾਈ ਤੁਸੀਂ ਹੈ। ਉਹ ਗਲਤ ਕਹਿ ਰਹੇ, ਉਹ ਝੂਠ ਹੈਗਾ, ਸਰਾਸਰ ਝੂਠ ਹੈਗਾ, ਇੱਕ ਵੀ ਸੱਚਾਈ ਨਹੀਂ ਹੈ। ਮੈਨੂੰ ਕੋਈ ਦਿਖਾ ਦੇਣ ਬਈ ਕਿਤੇ ਵੀਡੀਓ ਬਣਾਈ ਹੋਵੇ ਕੈਸ਼ ਦਿੰਦਿਆਂ ਹੋਇਆਂ। ਇੰਨਾ ਕੈਸ਼ ਕੋਈ ਲੈ ਕਿਵੇਂ ਸਕਦਾ? ਇੰਨਾ ਕੈਸ਼ ਨਾ ਕੋਈ ਦੇ ਸਕਦਾ, ਨਾ ਕੋਈ ਲੈ ਸਕਦਾ। ਕੈਸ਼ ਲਿਮਿਟ ਜਿਹੜੀ ਹੈ ਤਾਂ 20,000 ਦੀ ਹੈ ਸਾਰੀ। ਤੁਹਾਡੇ ਮਨ 'ਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਡਰ ਹੈ? 100%। ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਅੱਜ ਇਹ ਗੱਲ ਕਹਿੰਦੇ ਹੋ ਕਿ ਤੁਸੀਂ ਇੱਕ ਪੈਸਾ ਨਹੀਂ ਖਾਦਾ ਕੌਮ ਦਾ? ਸਵਾਲ ਨਹੀਂ ਪੈਦਾ ਹੁੰਦਾ ਕਿ ਖਾਦਾ ਹੋਵੇ। ਗੁਰੂ ਸਾਹਿਬ ਦੀ ਸਹੁੰ ਖਾ ਕੇ, ਸਹੁੰ ਸ਼ਬਦ ਸਾਨੂੰ ਚੰਗਾ ਨਹੀਂ ਹੈ, ਪਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਇੱਕ ਪੈਸਾ ਕੌਮ ਦਾ ਮੈਂ ਨਹੀਂ ਖਾਦਾ। ਸ਼ਾਇਦ ਮੇਰਾ ਕਸੂਰ ਹੀ ਇਹ ਹੋਵੇ ਕਿ ਮੈਂ ਇਮਾਨਦਾਰੀ ਰੱਖੀ ਹੈ, ਪਾਰਦਰਸ਼ਤਾ ਰੱਖੀ ਹੈ। ਜਿਸ ਦਿਨ ਮੈਂ ਆਇਆ, ਇਹ ਹੁਣ ਜਿੱਦਣ ਛੁੱਟੀ ਤੇ ਮੈਂ ਆਇਆ, ਉਸ ਦਿਨ ਵੀ ਮੈਂ ਇੱਕ ਸੱਜਣ ਦਾ, ਜਿਨ੍ਹਾਂ ਦਾ ਮੈਂ ਨਾਂ ਨਹੀਂ ਮੀਡੀਆ 'ਚ ਦੱਸਣਾ ਚਾਹੁੰਦਾ, ਉਹਨਾਂ ਵੱਲੋਂ ਸੋਨਾ ਆਇਆ ਹੋਇਆ ਸੀ ਖੜਾਵਾਂ ਦੀ ਸੇਵਾ ਲਈ। ਕੋਈ ਤਕਰੀਬਨ 600-650 ਗ੍ਰਾਮ ਸੋਨਾ ਸੀ। ਪਰ ਜਿਹੜੇ ਸੱਜਣ ਸੇਵਾ ਕਰ ਰਹੇ ਨੇ ਖੜਾਵਾਂ ਦੀ, ਉਹਨਾਂ ਨੇ ਕਿਹਾ ਵੀ ਅਸੀਂ ਪੈਸਾ ਨਹੀਂ ਲੈਣਾ। ਮੈਂ ਉਹਨਾਂ ਨਾਲ ਫੋਨ ਤੇ ਰਾਬਤਾ ਕੀਤਾ, ਮੈਂ ਕਿਹਾ ਵੀ ਜਿਹੜੇ ਸੇਵਾ ਕਰ ਰਹੇ ਨੇ ਉਹਨਾਂ ਨੇ ਪੈਸਾ ਨਹੀਂ ਲੈਣਾ ਤੇ ਤੁਸੀਂ ਦੱਸੋ ਵੀ ਤੁਹਾਡਾ ਕੀ ਕਰੀਏ। ਉਹ ਮੈਨੂੰ ਕਹਿਣ ਲੱਗੇ ਵੀ ਤੁਸੀਂ ਜਾਂ ਤੇ ਸਾਨੂੰ ਵਾਪਸ ਕਰਾ ਦਿਓ ਤੇ ਜਾਂ ਉਹਨਾਂ ਨੇ ਕਿਸੇ ਫਤਿਹਗੜ੍ਹ ਸਾਹਿਬ ਦੇ ਕਿਸੇ ਸੱਜਣ ਦਾ ਨਾਂ ਲਿਆ ਵੀ ਉਹਨਾਂ ਨੂੰ ਤੁਸੀਂ ਦੇ ਦਿਓ।
ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਬੇਨਤੀ ਇਸ ਤਰ੍ਹਾਂ ਹੈ ਵੀ ਤੁਹਾਡੇ ਵੱਲੋਂ ਸੇਵਾ ਆਈ ਹੋਈ ਹੈ ਤਖਤ ਸਾਹਿਬ ਪਟਨਾ ਸਾਹਿਬ, ਤੇ ਬਿਹਤਰ ਹੈਗਾ ਇੱਥੇ ਹੀ ਜਮ੍ਹਾਂ ਹੋ ਜਾਏ। ਉਹ ਬਕਾਇਦਾ ਰਸੀਦਾਂ ਲੈ ਕੇ ਉਹ ਜਮ੍ਹਾਂ ਕਰਾ ਕੇ ਉਹਦੀ ਪਰਖ ਹੋਈ ਹੈ, ਪਰਖ ਹੋ ਕੇ ਉਹ ਜਿੰਨਾ ਵਜ਼ਨ ਸੀ ਐਜ਼ ਇਟ ਇਜ਼ ਉਹਨਾਂ ਵਜ਼ਨ ਉੱਥੇ ਜਮ੍ਹਾਂ ਹੋਇਆ। ਜਥੇਦਾਰ ਜੀ, ਇਹ ਸੋਨਾ ਭੇਟ ਕਰਨ ਵਾਲੇ ਸ਼ਰਧਾਲੂ ਤੁਹਾਡੇ ਕੋਲ ਕਿਉਂ ਆਉਂਦੇ ਆ? ਤੁਹਾਡੇ ਕੰਟੈਕਟ 'ਚ ਇਹ ਕਿਉਂ ਆਏ? ਮੇਰੇ ਨਹੀਂ, ਜਿਹੜੇ 650 ਗ੍ਰਾਮ ਦੀਆਂ ਖੜਾਵਾਂ ਭੇਟ ਕੀਤੀਆਂ, ਹਾਂਜੀ ਹਾਂਜੀ, ਉਹ ਜਥੇਦਾਰ ਸਾਹਿਬ ਦੇ ਉਹ ਅਗਲੇ ਦੀ ਮਰਜ਼ੀ ਹੈ, ਅਗਲਾ ਦੇ ਦੇਵੇ ਨਾ ਦੇਵੇ ਉਹਦੀ ਮਰਜ਼ੀ ਹੈ। ਤੁਸੀਂ ਆਪਣੇ ਕੋਲ ਰੱਖੇ ਹੋਏ ਸੀ ਉਹ? ਹਾਂ, ਮੇਰੇ ਕੋਲ ਸੀ, ਉਹਨਾਂ ਦੀ ਅਮਾਨਤ ਸੀ। ਤੁਸੀਂ ਕਿਸ ਅਧਿਕਾਰ ਨਾਲ ਰੱਖੇ? ਉਹਨਾਂ ਨੇ ਮੈਨੂੰ ਇਹ ਕਿਹਾ ਸੀ, ਬਲਕਿ ਉਹਨਾਂ ਦਾ ਲਿਖਿਆ ਹੋਇਆ ਹੈਗਾ ਕਿ ਜਦ ਖੜਾਵਾਂ ਦੀ ਸੇਵਾ ਹੋਵੇ ਸੋਨਾ ਉਹਦੇ ਵਿੱਚ ਪਾ ਦੇ, ਹੋਰ ਕਿਤੇ ਜਮ੍ਹਾਂ ਨਾ ਕਰਾਓ। ਕਿੰਨੀ ਦੇਰ ਤੁਸੀਂ ਆਪਣੇ ਕੋਲ ਰੱਖੇ? ਮੇਰੇ ਕੋਲ ਮੇਰੇ ਖਿਆਲ 4 ਕੁ ਮਹੀਨੇ ਰਿਹਾ ਹੋਇਆ। ਜੇ ਵਿਵਾਦ ਨਾ ਹੁੰਦਾ ਤਾਂ ਸ਼ਾਇਦ ਅੱਜ ਵੀ ਤੁਹਾਡੇ ਕੋਲੇ ਹੁੰਦੇ ਉਹ? ਮੇਰਾ ਨਹੀਂ, ਬਿਲਕੁਲ ਨਹੀਂ ਹੁੰਦਾ, ਕਿਉਂਕਿ ਜਦੋਂ ਉਹਨਾਂ ਨੇ ਕਹਿ ਦਿੱਤਾ ਜਿਹੜੇ ਖੜਾਵਾਂ ਬਣਾ ਰਹੇ ਨੇ ਵੀ ਅਸੀਂ ਨਹੀਂ ਲੈਣਾ, ਉਸ ਤੋਂ ਬਾਅਦ ਫਿਰ ਮੇਰਾ ਰਾਈਟ ਨਹੀਂ ਉਹਦੇ। ਪਰ ਅਸੂਲ ਤਾਂ ਇਹ ਸੀ ਕਿ ਤੁਸੀਂ ਉੱਥੇ ਤੋਸ਼ਾਖਾਨੇ 'ਚ ਜਮ੍ਹਾਂ ਕਰਾਉਂਦੇ ਉਹਨਾਂ ਖੁਦ ਜਾਂ ਕਿਹਾ, ਸੁਪਰੀਡੈਂਟ ਨੂੰ ਦਿੰਦੇ? ਉਹਨਾਂ ਨੇ ਜਿਹੜਾ ਸ਼ਰਧਾਲੂ ਹੈ, ਜਿਹੜਾ ਦੇਣ ਵਾਲਾ ਹੈਗਾ, ਉਹਨਾਂ ਖੁਦ ਕਿਹਾ ਵੀ ਇਹ ਸੇਵਾ ਜਿਹੜੀ ਹੈ ਖੜਾਵਾਂ ਵਿੱਚ ਪਾਈ ਜਾਣੀ। ਜੇ ਉਹਨਾਂ ਇਹ ਕਿਹਾ ਹੁੰਦਾ ਵੀ ਤਖਤ ਸਾਹਿਬ ਜਮ੍ਹਾਂ ਕਰਾ ਦਿਓ ਤੇ ਅਸੀਂ 1 ਸੈਕਿੰਡ ਵੀ ਆਪਣੇ ਕੋਲ ਨਹੀਂ ਰੱਖ ਸਕਦੇ। ਤੁਸੀਂ ਵੀ ਕਹਿ ਸਕਦੇ ਸੀ ਕਿ ਮੈਂ ਧਰਮ ਪ੍ਰਚਾਰ ਲਈ ਬੈਠਾ, ਮੈਂ ਕੌਮ ਦਾ ਜਥੇਦਾਰ ਹਾਂ, ਮੈਂ ਮਾਇਆ ਧਨ ਪੈਸਾ ਸੋਨੇ ਤੋਂ ਮੈਂ ਕੀ ਲੈਣਾ? ਨਹੀਂ, ਇਸ ਤਰ੍ਹਾਂ ਅਸੀਂ ਜਿਵੇਂ ਹੁਣ ਇੱਥੇ ਆਏ ਆ, ਸੰਗਤ ਸੇਵਾ ਦੇ ਦਿੰਦੀ ਹੈ, ਅਸੀਂ ਜਮ੍ਹਾਂ ਕਰਾ ਦਿੰਦੇ ਹਾਂ। ਤੁਹਾਨੂੰ ਪਰਸਨਲੀ ਵੀ ਸੰਗਤ ਦਿੰਦੀ ਹੈ? ਅੱਗਾ ਕੁਝ ਸੇਵਾ ਕਰ ਦਿੰਦੇ ਨੇ ਲੋਕ, ਜਿਵੇਂ ਘਰ ਗਏ ਕਿਸੇ ਦੇ ਜਾਂ ਕੋਈ ਸੱਜਣ ਮਿਲਿਆ। 25 ਲੱਖ ਰੁਪਏ ਦੀ ਲੋਈ ਤੁਹਾਨੂੰ ਸਮਰਾ ਸਾਹਿਬ ਨੇ ਦਿੱਤੀ? ਨਾ ਨਾ, ਸਮਰਾ ਸਾਹਿਬ ਨੇ, ਉਹਨਾਂ ਦੀ ਗੱਲ ਤਾਂ ਕੋਈ ਵਿਸ਼ਵਾਸ ਹੀ ਨਹੀਂ ਤੇ ਨਾ ਉਹਨਾਂ ਦੀ ਕੋਈ ਗੱਲ 'ਚ ਸੱਚਾਈ ਹੈ। 25 ਲੱਖ ਦੀ ਲੋਈ ਤੋਂ ਹੀ ਤੁਸੀਂ ਲੈ ਲਓ ਵੀ ਉਹਨਾਂ ਨੂੰ, ਸਮਰਾ ਜੀ ਨੂੰ ਪੁੱਛੋ ਵੀ 25 ਲੱਖ ਦੀ ਲੋਈ ਦਾ ਬਿੱਲ ਕਿੱਥੇ ਹੈ? ਕਿਤੇ GST ਲੱਗੀ ਹੋਏਗੀ। ਜੇ ਬਿੱਲ ਉਹਨਾਂ ਕੋਲ ਗਵਾਚ ਗਿਆ ਹੋਏਗਾ ਤਾਂ ਦੁਕਾਨ ਹੋਏਗੀ ਜਿੱਥੋਂ ਲੋਈ ਲਈ ਗਈ ਹੈ, ਉਹਦਾ ਡੁਪਲੀਕੇਟ ਉਹਨਾਂ ਕੋਲ ਦਿੰਦੇ ਨੇ ਤਾਂ ਉਹਨਾਂ ਕੋਲ ਬਿੱਲ ਮਿਲ ਜਾਂਦਾ। ਕੋਈ ਐਡਾ ਵੱਡਾ ਸੌਦਾ ਤਾਂ ਹੈ, ਛੋਟਾ ਤਾਂ ਹੈ ਨਹੀਂ ਵੀ 20-25 ਰੁਪਏ ਦੁਕਾਨ ਵਿੱਚ ਠੇਲੇ ਤੋਂ ਲੈ ਲਈਏ, ਰੇਹੜੀ ਤੋਂ ਲੈ ਲਈਏ। ਕੋਈ ਦੁਕਾਨ ਹੋਏਗੀ, ਕੋਈ ਸ਼ੋਰੂਮ ਹੋਏਗਾ, ਕੋਈ ਬਿੱਲ ਹੋਏਗਾ। ਜੇ ਬਿੱਲ ਨਹੀਂ ਹੈਗਾ ਤਾਂ ਦੁਕਾਨ ਦੱਸ ਦੇਣ ਵੀ ਫਲਾਣੀ ਦੁਕਾਨ ਤੋਂ ਲਈਏ। ਲਾਲਚ ਆਇਆ ਜਥੇਦਾਰ ਜੀ ਕਦੇ ਮਨ 'ਚ? ਕਦੇ ਸੰਗਤ ਮਾਇਆ ਦੇ ਕੇ ਜਾਂਦੀ ਹੈ, ਸੋਨਾ ਭੇਟ ਕਰਦੀ ਹੈ, ਜੇ ਲੋਈਆਂ ਦੀ ਗੱਲ ਆਈ ਹੈ, ਦੇਖੋ ਕਦੇ ਤੁਹਾਡੇ ਜ਼ਿਹਨ 'ਚ ਇਹ ਆਇਆ ਕਿ ਮੈਂ ਆਪਣੇ ਖਾਤਰ ਬਣਾਵਾਂ ਚੀਜ਼ਾਂ? ਨਹੀਂ, ਇਸ ਤਰ੍ਹਾਂ ਦਾ ਕਦੀ ਵੀ ਨਹੀਂ ਹੋਇਆ। ਮਾਇਆ ਦੀ ਜਿਹੜੀ ਲਾਲਚ ਦੀ ਗੱਲ ਹੈ, ਲਾਲਚ ਸੇਵਾ ਦਾ ਹੈ, ਗੁਰੂ ਦੀ ਸੇਵਾ ਦਾ ਲਾਲਚ ਹੈ। ਬਾਕੀ ਜੇ ਲਾਲਚ ਦੀ ਗੱਲ ਹੋਵੇ ਤਾਂ ਮੈਨੂੰ ਖੁਦ ਇਹ ਪਿਛਲੇ ਗੁਰਪੁਰਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਗੁਰਪੁਰਬ ਤੇ ਸਟੇਜ ਤੇ ਸੰਗਤ ਦੇ ਵਿੱਚ ਕਮੇਟੀ ਨੇ 11 ਲੱਖ ਦਾ ਚੈੱਕ ਦਿੱਤਾ ਸੀ, ਮੈਂ ਉਸੇ ਵੇਲੇ ਵਾਪਸ ਕਰ ਦਿੱਤਾ। ਮੈਂ ਕਿਹਾ ਮੈਂ ਨਹੀਂ ਲੈ ਸਕਦਾ, ਮੈਨੂੰ ਪਤਾ ਹੈ ਵੀ ਕਰੋਨਾ ਦੇ ਹਾਲਾਤ ਨੇ, ਤਖਤ ਸਾਹਿਬ ਮਾਇਆ ਦੀ ਲੋੜ ਹੈਗੀ। ਉਸ ਤੋਂ ਪਿਛਲੇ ਗੁਰਪੁਰਬ ਤੇ ਗੁਰਦੁਆਰਾ ਗਊ ਘਾਟ 5 ਲੱਖ ਦਾ ਚੈੱਕ ਦਿੱਤਾ ਸੀ, ਮੈਂ ਉਹ ਵੀ ਵਾਪਸ ਕਰ ਦਿੱਤਾ। ਜੇ ਲਾਲਚ ਮੈਨੂੰ ਹੁੰਦਾ ਤਾਂ ਮੈਂ ਇਹ ਕਿਉਂ ਪੈਸੇ ਨਾ ਲੈਂਦਾ? ਪੈਸੇ ਦਾ ਲਾਲਚ ਨਹੀਂ ਹੈ, ਸੇਵਾ ਦਾ ਲਾਲਚ ਰਿਹਾ। ਸੇਵਾ ਗੁਰੂ ਨੇ ਬਖਸ਼ੀ ਹੈ, ਸੇਵਾ ਦਾ ਲਾਲਚ ਹੈ, ਪੈਸੇ ਦਾ ਕੋਈ ਲਾਲਚ ਨਹੀਂ। ਤੁਹਾਡੇ ਕਿਰਦਾਰ ਤੇ ਬਹੁਤ ਸਾਰੇ ਸਵਾਲ ਚੁੱਕੇ, ਪਹਿਲੀ ਵਾਰ ਹੋਣਾ ਹੈ ਕਿ ਕਿਸੇ ਜਥੇਦਾਰ ਦੇ ਕਿਰਦਾਰ ਦੇ ਉੱਤੇ ਸਵਾਲ ਆਏ, ਔਰ ਕੌਮ ਨਮੋਸ਼ ਹੈ ਇਸ ਗੱਲ ਪਿੱਛੇ। ਤੁਹਾਡੇ ਬਾਰੇ ਇਹ ਕਿਹਾ ਗਿਆ ਕਿ ਇੱਕ ਔਰਤ, ਇੱਕ ਬੱਚੀ ਦੇ ਨਾਲ, ਕੁੜੀ ਨਾਲ ਤੁਹਾਡੇ ਸੰਬੰਧ ਸੀ ਔਰ ਉਹ ਪ੍ਰੈਗਨੈਂਟ ਤੱਕ ਹੋਈ। ਹਾਂ, ਇਹ ਸਮਰਾ ਨੇ ਇਹ ਗੱਲ ਆਖੀ ਹੈ, ਪਰ ਮੈਂ ਸਮਰਾ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ 4 ਸਾਲ ਦਾ ਉਹ ਦੱਸਦੇ ਨੇ ਵੀ ਰਿਲੇਸ਼ਨ ਸੀ। 4 ਸਾਲ ਦੇ ਰਿਲੇਸ਼ਨ ਵਿੱਚ ਉਹਦਾ ਕੋਈ ਨੰਬਰ ਸ਼ੋਅ ਕਰਨ, ਮੇਰੀਆਂ ਕਾਲ ਡਿਟੇਲਾਂ ਲਓ, ਮੇਰਾ ਕੋਈ ਮੈਸੇਜ ਕਿਸੇ ਨੂੰ ਗਿਆ ਹੋਵੇ ਜਾਂ ਮੈਨੂੰ ਕੋਈ ਇਸ ਤਰ੍ਹਾਂ ਦਾ ਮੈਸੇਜ ਆਇਆ ਹੋਵੇ, ਸਾਰਾ ਦਾ ਰਿਕਾਰਡ ਮਿਲ ਜਾਂਦਾ। ਜੇ 4 ਸਾਲ ਦਾ ਕਿਸੇ ਨਾਲ ਰਿਲੇਸ਼ਨ ਹੋਵੇ, ਉਹ ਕਦੀ ਘਰ ਵੀ ਆਈ ਹੋਏਗੀ, ਮੈਂ ਕਦੀ ਉਹਨਾਂ ਦੇ ਘਰ ਵੀ ਗਿਆ ਹੋਵਾਂਗਾ, ਕਿੱਥੇ ਰਹਿੰਦੇ ਨੇ ਉਹ, ਕਿਹੜਾ ਪਰਿਵਾਰ ਹੈ ਉਹ, ਕਿੱਥੇ ਉਹ ਪ੍ਰੈਗਨੈਂਟ ਹੋ ਗਈ ਹੈ, ਕਿੱਥੇ ਉਹ ਅਬਰਸ਼ਨ ਤੱਕ ਦੇ ਉਹਨਾਂ ਦੋਸ਼ ਲਾਏ। ਕਾਲ ਕੀਤੀ, ਉਹ ਕਹਿੰਦੇ ਇੱਕ ਨਿੱਜੀ ਇੰਟਰਵਿਊ 'ਚ ਕਹਿ ਰਹੇ ਆ ਕਿ ਉਸ ਕੁੜੀ ਨੇ ਮੈਨੂੰ ਕਾਲ ਕਰਕੇ ਸਾਰਾ ਕੁਝ ਦੱਸਿਆ। ਉਹ ਕਹਿੰਦੇ ਮੇਰੇ ਕੋਲ ਰਿਕਾਰਡਿੰਗ ਹੈ, ਸਬੂਤ ਨੇ ਸਾਰੇ। ਮੈਂ ਕਹਿੰਦਾ ਜੀ ਉਹ ਸਬੂਤ ਜਨਤਕ ਕਰ ਦੇਣ, ਗੱਲ ਹੀ ਖਤਮ ਹੈ। ਉਹ ਸਬੂਤ ਦਿਖਾ ਕਿਉਂ ਨਹੀਂ ਰਹੇ? ਦੇ ਦੇਣ ਸਬੂਤ, ਪਤਾ ਲੱਗ ਜਾਏ। ਹਸਪੀਟਲ ਨਹੀਂ ਗਏ? 2-4 ਵਾਰੀ ਗਿਆ, ਆਉਂਦਿਆਂ ਜਾਂਦਿਆਂ ਲੰਘਦਿਆਂ ਗਿਆ। ਮੈਂ ਕੁੜੀ ਨਾਲ ਨਹੀਂ ਗਈ? ਨਾ ਨਾ ਨਾ, ਕੁੜੀ ਕਿਸੇ ਨਾਲ ਨਹੀਂ, ਕੁੜੀ ਨਾਲ ਜਾਂ ਜਨਾਨੀ ਨਾਲ। ਤੁਹਾਡੇ ਸਾਈਨ ਦਾ ਵੀ ਜ਼ਿਕਰ ਕਰ ਰਹੇ, ਮੇਰੇ ਯਾਦ ਆ ਗਈ ਗੱਲ ਕਿ ਉਹ ਕਹਿ ਰਹੇ ਹੈ ਕਿ ਜਦੋਂ ਆਪਰੇਸ਼ਨ ਹੁੰਦਾ ਹੈ ਜਾਂ ਜਦੋਂ ਅਸੀਂ ਟ੍ਰੀਟਮੈਂਟ ਕਰਦੇ ਹਾਂ ਤਾਂ ਫਾਈਲ ਤੇ ਗਾਰਡੀਅਨ ਦੇ ਸਾਈਨ ਹੁੰਦੇ ਆ, ਉਸ ਜਗ੍ਹਾ ਦੇ ਉੱਤੇ ਜਥੇਦਾਰ ਸਾਹਿਬ ਦੇ ਸਾਈਨ ਨੇ। ਨਹੀਂ, ਝੂਠ ਹੈ ਬਿਲਕੁਲ, ਕੋਈ ਸਾਈਨ ਨਹੀਂ। ਹਾਂ, ਜਿਹੜਾ ਅਸੀਂ ਮਾਣ ਪੱਤਰ ਦਿੱਤਾ ਹੈ ਉਹਦੇ ਤੇ ਸਾਈਨ ਸਾਡੇ ਹੈਗੇ ਨੇ।
ਇਹ ਕਾਪੀ ਪੇਸਟ ਇਹਨਾਂ ਕੀਤੇ ਹੋਣਗੇ ਜੇ ਇਹ ਕਹਿੰਦੇ ਨੇ ਤਾਂ ਉਹ ਪਤਾ ਲੱਗ ਜਾਏਗਾ। ਉਹ ਸਾਈਨ ਦੇ ਦੇਣ ਸਾਨੂੰ, ਅਸੀਂ ਉਹਦੇ ਫੋਰੈਂਸਿਕ ਲੈਬ 'ਚ ਟੈਸਟ ਕਾਪੀ ਕਰਵਾ ਪੇਸਟ ਉਹ ਕਿੱਥੋਂ ਕਰ ਲੈਣਗੇ ਜਥੇਦਾਰ ਜੀ? ਕਿਉਂ ਅੱਗੇ ਜਦੋਂ ਡਾਕਟਰ ਨੇ, ਉਹਨਾਂ ਦਾ ਪੇਸ਼ਾ ਡਾਕਟਰੀ ਦਾ ਹੈ, ਉਹ ਕਾਪੀ ਪੇਸਟ ਕਿੱਥੋਂ ਕਰਨਗੇ? ਡਾਕਟਰ ਤਾਂ ਉਹ ਹੈ ਨਹੀਂ, ਡਾਕਟਰ ਦੀ ਡਿਗਰੀ ਹੀ ਦਿਖਾ ਦੇਣ ਤੇ ਆਹ ਮੇਰੇ ਕੋਲ ਡਾਕਟਰ ਦੀ ਡਿਗਰੀ ਹੈ। ਡਾਕਟਰ ਤਾਂ ਹੈ ਹੀ ਨਹੀਂ। ਅੱਗੇ ਜਲੰਧਰ ਦੇ ਇੱਕ ਪੁਲਿਸ ਆਫੀਸਰ ਦੇ, ਹੁਣ ਉਹ ਇਸ ਵੇਲੇ ਬਹੁਤ ਵੱਡੇ ਰੈਂਕ ਤੇ ਨੇ, ਉਹਨਾਂ ਦੇ ਇਹਨਾਂ ਨੇ ਕਾਗਜ਼ ਡਾਕਟਰ ਕਰਕੇ ਉਸ ਤੇ ਕਿਸੇ ਦਾ ਸਿਰ ਲਾ ਕੇ, ਕਿਸੇ ਦੇ ਧੜ ਤੇ ਲਾ ਕੇ ਉਹਨਾਂ ਨੂੰ ਇਹਨਾਂ ਨੇ ਫਸਾਇਆ ਸੀ। ਉਹ ਕੇਸ ਇਹਨਾਂ ਦੇ ਖਿਲਾਫ ਗਿਆ ਸੀ, ਉਹ ਸਾਬਤ ਨਹੀਂ ਹੋ ਸਕਿਆ। ਉਹ ਕੇਸ ਇਹਨਾਂ ਦੇ ਬਣਿਆ, ਉਹਦੇ 'ਚ ਇਹਨਾਂ ਨੇ ਸਜ਼ਾ ਕੱਟੀ ਹੈ। ਤਾਂ ਕਾਪੀ ਪੇਸਟ ਕਰਨ ਦੇ ਤਾਂ ਇਹ ਮਾਹਰ ਨੇ, ਕੁਝ ਵੀ ਕਰ ਸਕਦੇ ਨੇ। ਤਾਂ ਤੁਸੀਂ ਉਹ ਮਾਣ ਪੱਤਰ ਕਿਸ ਖਾਤਰ ਦਿੱਤਾ ਸੀ? ਕੀ ਅਸੀਂ ਲੱਗਿਆ ਮਾਣ ਪੱਤਰ ਇਸ ਲਈ ਦਿੱਤਾ ਕਿ ਇਹ ਕਹਿ ਰਹੇ ਨੇ, ਇਹਨਾਂ ਦੇ ਕਹਿਣ ਮੁਤਾਬਕ ਇੰਨਾ ਵੱਡਾ ਮੈਂ ਸੋਨਾ ਦੇ ਰਿਹਾ, 10 ਕਰੋੜ ਦਾ ਚੈੱਕ ਦੇ ਰਿਹਾ, ਤਾਂ ਅਸੀਂ ਮਾਣ ਪੱਤਰ ਇਹਨਾਂ ਨੂੰ ਦਿੱਤਾ ਸੀ। ਤੁਸੀਂ ਉਹ ਚੈੱਕ ਦੀ ਗੱਲ ਵਿੱਚੇ ਰਹਿ ਗਈ ਸੀ, ਉਹ ਚੈੱਕ ਫਿਰ ਕਮੇਟੀ ਨੂੰ ਦੇਤਾ ਸੀ ਤੁਸੀਂ? ਨਹੀਂ, ਸਾਨੂੰ ਕਿੱਥੇ ਦਿੱਤਾ ਇਹਨਾਂ ਨੇ? ਸਾਨੂੰ ਤਾਂ ਇਹਨਾਂ ਨੇ WhatsApp ਤੇ ਪਾਇਆ, ਉਹਦੀ ਫੋਟੋ ਸਾਡੇ ਕੋਲ ਆਈ ਤੇ ਮੈਂ। ਜਥੇਦਾਰ ਜੀ ਤੁਸੀਂ ਕਿਹਾ ਕਿ ਉਹ ਕਹਿੰਦੇ ਕਿ ਚੈੱਕ ਹੈ, ਔਰ ਤੁਹਾਡੇ ਗ੍ਰੰਥੀ ਸਿੰਘ ਨੇ ਜਿਹੜੇ, ਉਹਨਾਂ ਨੇ ਉਹ ਚੈੱਕ ਨਹੀਂ ਲਿਆ। ਤੁਸੀਂ ਕੈਮਰੇ ਤੋਂ ਪਹਿਲਾਂ ਵੀ ਮੈਨੂੰ ਇਹ ਗੱਲ ਦੱਸ ਰਹੇ ਸੀਗੇ। ਉਹਨਾਂ ਕਿਹਾ ਵੀ ਜਿਹੜੇ ਗ੍ਰੰਥੀ ਸਿੰਘ ਨੇ, ਮੈਂ ਗਿਆ ਸੀ 2:30 ਵਜੇ ਉੱਥੇ, ਬਲਦੇਵ ਸਿੰਘ ਦਾ ਨਾਂ ਲਿਆ ਉਹਨਾਂ ਨੇ, ਇੱਕ ਹੋਰ ਦਾ ਨਾਂ ਲਿਆ, ਕਹਿੰਦੇ ਉਹਨਾਂ ਨੇ ਮੈਨੂੰ ਐਂਟਰਟੇਨ ਨਹੀਂ ਕੀਤਾ ਤੇ ਮੈਂ ਇਹ ਚੈੱਕ ਨਹੀਂ ਦੇਣਾ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜਦ ਮੇਰੇ ਨਾਲ ਫੋਨ ਤੇ ਗੱਲ ਹੋਈ ਹੈ, ਮੈਂ ਬੇਨਤੀ ਕੀਤੀ, ਮੈਂ ਕਿਹਾ ਵੀ ਡਾਕਟਰ ਸਾਹਿਬ, ਮੇਰੇ ਮਨ 'ਚ ਇਹ ਸੀ ਵੀ ਅਗਰ 10 ਕਰੋੜ ਰੁਪਇਆ ਦੇ ਰਹੇ ਨੇ, ਸਾਨੂੰ ਇੱਕ ਇਹ ਵੀ ਖੁਸ਼ੀ ਹੁੰਦੀ ਹੈ ਵੀ ਸਾਡੀ ਸੇਵਾ ਦੌਰਾਨ ਸਮਾਨ ਆ ਰਿਹਾ, ਇਹ ਵੀ ਸਾਨੂੰ ਖੁਸ਼ੀ ਹੁੰਦੀ ਹੈ। ਬਹੁਤ ਮੇਰਾ ਮਨ ਸੀ, ਮੈਂ ਕਿਹਾ ਵੀ ਤੁਸੀਂ 10 ਕਰੋੜ ਜਿਹੜਾ ਹੈਗਾ ਉਹ ਤਖਤ ਸਾਹਿਬ ਜਮ੍ਹਾਂ ਕਰਾ ਦਿਓ। ਅਗਰ ਗ੍ਰੰਥੀ ਸਾਹਿਬਾਨ ਨੇ ਤੁਹਾਨੂੰ ਨਹੀਂ ਐਂਟਰਟੇਨ ਕੀਤਾ ਜਾਂ ਉਹਨਾਂ ਦੀ ਗਲਤੀ ਉਹਨਾਂ ਕੋਲ ਹੋਈ ਹੈ, ਤਾਂ ਮੇਰੇ ਕੋਲ 2 ਪਦਵੀਆਂ ਨੇ ਤਖਤ ਸਾਹਿਬ ਦੀਆਂ, ਹੈਡ ਗ੍ਰੰਥੀ ਦੀ ਵੀ ਹੈ ਤੇ ਜਥੇਦਾਰ ਦੀ ਵੀ ਹੈ, ਤੇ ਮੈਂ ਉਹਨਾਂ ਵੱਲੋਂ ਤੁਹਾਡੇ ਕੋਲ ਮੈਂ ਮਾਫੀ ਮੰਗਦਾ। ਤੁਸੀਂ ਉਹ ਜਿਹੜਾ ਸਰਮਾਇਆ ਹੈਗਾ ਤਖਤ ਸਾਹਿਬ ਜਮ੍ਹਾਂ ਕਰਾ ਦਿਓ। ਪਰ ਇਹ ਕਹਿਣ ਲੱਗੇ ਮੈਂ ਤਾਂ ਹੁਣ ਦੇਣਾ ਹੀ ਨਹੀਂ, ਮੈਂ ਤਾਂ ਹੁਣ ਦੇਣਾ ਹੀ ਨਹੀਂ। ਜਦ ਪਤਾ ਕੀਤਾ ਗਿਆ, ਉਸ ਦਿਨ ਇਹਨਾਂ ਦੇ ਬੈਂਕ ਵਿੱਚ 2 ਲੱਖ ਰੁਪਇਆ ਸੀ। 2 ਲੱਖ ਰੁਪਇਆ ਬੈਂਕ ਵਿੱਚ ਹੈਗਾ, 10 ਕਰੋੜ ਦਾ ਤੁਸੀਂ ਚੈੱਕ ਕਰ ਰਹੇ ਹੋ, ਚੈੱਕ ਕੱਟ ਰਹੇ ਹੋ ਤੇ ਭੇਜ ਰਹੇ ਹੋ। ਇਹ ਪਤਾ ਕਿਹਨੇ ਕੀਤਾ? ਹਾਂਜੀ, ਅਸੀਂ ਇਹਨਾਂ ਦੇ ਮੁੰਡੇ ਨਾਲ ਹੀ ਗੱਲ ਕੀਤੀ ਸੀ, ਉਹਨੇ ਦੱਸਿਆ ਵੀ ਸਟੇਟਮੈਂਟ ਵੀ ਆਈ ਹੈ ਸਾਡੇ ਕੋਲ। ਸਬੂਤ ਹੈਗਾ ਤੁਹਾਡੇ ਕੋਲ ਇਸ ਗੱਲ? ਬਿਲਕੁਲ ਹੈਗਾ, ਚੈੱਕ ਦੀ ਫੋਟੋ ਵੀ ਹੈਗੀ ਹੈ ਤੇ ਸਟੇਟਮੈਂਟ ਵੀ ਹੈਗੀ, ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਖਾਤੇ ਵਿੱਚ ਹੈਗਾ 2 ਲੱਖ ਰੁਪਇਆ ਜਾਂ 3 ਲੱਖ ਰੁਪਇਆ ਜਾਂ 5 ਲੱਖ ਰੁਪਇਆ, ਤੇ ਤੁਸੀਂ ਚੈੱਕ ਕੱਟ ਰਹੇ ਹੋ 10 ਕਰੋੜ ਦਾ। ਤਾਂ ਉਹ ਲੜਾਈ ਕਰਾਉਣ ਵਾਸਤੇ ਸੀ ਵੀ ਇਹ ਗ੍ਰੰਥੀ ਰਾਗੀ ਜਥੇਦਾਰ ਨਾਲ ਲੜਨ। ਪਹਿਲਾਂ ਵੀ ਮਾਹੌਲ ਜਦੋਂ ਵੀ ਇਹ ਗਏ ਨੇ, ਮਾਹੌਲ ਖਰਾਬ ਹੋਇਆ, ਲੜਾਈ ਝਗੜਾ ਤੱਕ ਮਾਹੌਲ ਗਿਆ। ਤੁਸੀਂ ਐਸੀ ਗੱਲ ਕਦੇ ਕੀਤੀ ਕਿ ਜਦੋਂ ਮਸਕੀਨ ਜੀ ਦੁਨੀਆ ਤੋਂ ਗਏ ਆ, ਉਹਨਾਂ ਦੀ ਇੱਕ ਜੋਤ ਰੌਸ਼ਨੀ ਮੇਰੇ ਮੱਥੇ 'ਚ ਆਈ ਤੇ ਫਿਰ ਉਹ ਮੇਰੇ ਅੰਦਰ ਆ ਗਈ? ਉਹਨਾਂ ਦੀ ਆਸ਼ੀਰਵਾਦ ਹੈ ਮੇਰੇ ਨਾਲ, ਉਹਨਾਂ ਦਾ ਮੈਂ ਸੇਵਾਦਾਰ, ਉਹਨਾਂ ਦੀ ਦਸਤਾਰ ਮੈਨੂੰ ਮਿਲੀ ਹੈ। ਇਹ ਜੋਤ ਜਾਤ ਦੀ ਗੱਲ ਪਤਾ ਨਹੀਂ ਕੌਣ ਕਰਦਾ। ਸਮਰਾ ਸਾਹਿਬ ਨੇ ਕੀਤੀ ਹੈ? ਉਹ ਉਹਨਾਂ ਨੂੰ ਪੁੱਛੋ, ਉਹ ਆਪਣੀ ਗੱਲ ਦਾ ਜਵਾਬ। ਕਹਿੰਦੇ ਅਮਰੀਕਾ 'ਚ ਜਥੇਦਾਰ ਜੀ ਨੂੰ ਨਹੀਂ ਵੜਨ ਦਿੰਦੇ, ਉਹ ਕਹਿੰਦੇ ਉੱਥੇ ਵੜ ਕੇ ਦਿਖਾਉਣ, ਅਸੀਂ ਸਾਰੇ ਅਮਰੀਕਾ ਮੇਰਾ ਘਰ ਹੈਗਾ। ਕਾਨਪੁਰ 'ਚ ਕਹਿੰਦੇ ਕਿ ਛੋਟੀਆਂ ਬੱਚੀਆਂ ਤੋਂ ਕਛਹਿਰੇ ਧਵਾਉਂਦੇ ਰਹੇ ਆ। ਕਾਨਪੁਰ ਫੋਨ ਕਰ ਲਓ, ਕਾਨਪੁਰ ਦਾ ਮੈਂ ਨੰਬਰ ਦੇ ਦੇਣਾ। ਅਲਵਰ 'ਚ ਕਹਿੰਦੇ ਤੁਹਾਨੂੰ ਜਾਣ ਨਹੀਂ ਦਿੱਤਾ ਜਾਂਦਾ, ਕਹਿੰਦੇ ਅਲਵਰ 'ਚ ਨਾਰਾਜ਼ ਨੇ ਸਾਰੇ ਤੁਹਾਡੇ ਤੋਂ। ਕੋਈ ਨਾਰਾਜ਼ ਨਹੀਂ ਹੈ। ਅਸੀਂ ਹਰ ਵਾਰ ਬਚਪਨ ਤੋਂ ਲੈ ਕੇ ਮਸਕੀਨ ਜੀ ਨਾਲ ਜਦੋਂ ਦੇ ਜੁੜੇ ਆ, ਤੁਸੀਂ ਮਸਕੀਨ ਜੀ ਦੇ ਬੱਚਿਆਂ ਨੂੰ ਫੋਨ ਕਰ ਲਓ, ਉਹਨਾਂ ਨੂੰ ਪੁੱਛ ਲਓ ਵੀ ਸਾਨੂੰ ਕਿਹਨੇ ਬੈਨ ਕੀਤਾ, ਕੌਣ ਬੈਨ ਕਰ ਸਕਦਾ। ਅਲਵਰ ਕੋਈ ਵੀਜ਼ਾ ਲੈ ਕੇ ਜਾਣਾ ਪੈਂਦਾ? ਅਲਵਰ ਕੋਈ ਦੂਜਾ ਦੇਸ਼ ਹੈ? ਅਲਵਰ ਤਾਂ ਸਾਡਾ ਘਰ ਹੈ। ਅਮਰੀਕਾ ਸਾਡਾ ਘਰ ਹੈ, ਸਾਡੀ ਬੇਟੀ ਉੱਥੇ ਹੈ, ਉਹ ਗ੍ਰੀਨ ਆਪਣਾ ਸਿਟੀਜ਼ਨ ਨੇ ਉੱਥੋਂ ਦੇ। ਸਾਨੂੰ ਕਿਵੇਂ ਅਮਰੀਕਾ ਰੋਕਿਆ? ਮੈਂ ਵਾਧੂ ਨਹੀਂ ਤੁਰਿਆ ਫਿਰਦਾ ਕਿ ਮੈਂ ਐਵੇਂ ਤੁਰਿਆ ਫਿਰਾਂ ਜਾਵਾਂ। ਮੈਂ ਜਦੋਂ ਮਰਜ਼ੀ ਆਪਣੇ ਬੱਚਿਆਂ ਕੋਲ ਜਾ ਸਕਦਾ। ਕੈਨੇਡਾ ਵੀ ਮੇਰੇ ਬੱਚੇ ਨੇ, ਅਮਰੀਕਾ ਵੀ ਮੇਰੇ ਬੱਚੇ ਨੇ। 2 ਬੱਚੇ ਸਾਡੇ ਕੈਨੇਡਾ ਵੈਲ ਸੈਟਲਡ ਨੇ, ਅਮਰੀਕਾ ਸੈਟਲਡ ਨੇ, ਸਾਨੂੰ ਕੋਈ ਰੁਕਾਵਟ ਨਹੀਂ ਕਿਤੋਂ ਦੀ। ਹਾਂ, ਇੱਕ ਦੂਜੇ ਦੇਸ਼ ਦਾ ਮੇਰੇ ਕੋਲ R1 ਵੀਜ਼ਾ ਰਿਹਾ। R1 ਤਾਂ ਗ੍ਰੀਨ ਕਾਰਡ ਹੀ ਹੁੰਦਾ, ਪਰ ਸਾਨੂੰ ਗੁਰੂ ਨੇ ਸੇਵਾ ਇੱਥੇ ਦੇਣੀ ਸੀ, ਅਸੀਂ ਨਹੀਂ ਉੱਥੇ ਰਹੇ, ਨਹੀਂ ਅਸੀਂ ਅਪਲਾਈ ਕੀਤਾ, ਨਹੀਂ ਸਾਨੂੰ ਉਹ ਕਾਗਜ਼ ਨਹੀਂ ਅਸੀਂ ਅਪਲਾਈ ਕੀਤੇ ਜਿਹੜੇ ਸਾਰੇ ਲੋਕ ਕਰਦੇ ਨੇ। ਬਾਕੀ ਕੋਈ ਕਿਸੇ ਤਰ੍ਹਾਂ ਦੀ ਮਮਾਨੀਅਤ ਸਾਨੂੰ ਨਹੀਂ ਹੈ, ਨਾ ਕੋਈ ਇੰਸਟਰਕਸ਼ਨ ਹੈ। ਮੈਂ ਤੁਹਾਨੂੰ R1 ਵੀਜ਼ੇ ਦੀ ਕਾਪੀ ਭੇਜ ਦੇਣਾ, ਦੇਖ ਲਓ। ਹਿੱਤ ਸਾਹਿਬ ਨਾਲ ਤੁਹਾਡੇ ਸੰਬੰਧ ਕਿਉਂ ਵਿਗੜੇ? ਮੇਰੇ ਕੋਈ ਨਹੀਂ ਵਿਗੜੇ। ਜਦੋਂ ਤੋਂ
ਸਮਰਾ ਜੀ ਉੱਥੇ ਗਏ ਨੇ, ਉਦੋਂ ਤੋਂ ਸਭ ਕੁਝ ਕਲੇਸ਼ ਉਦੋਂ ਤੋਂ ਹੀ ਹੈ। ਦੁਨੀਆ 'ਚ ਹਾਲਾਂਕਿ ਉਹ ਨਹੀਂ ਰਹੇ, ਚੰਗਾ ਤਾਂ ਨਹੀਂ ਲੱਗਦਾ, ਹਾਂ ਨਹੀਂ, ਪਰ ਕੀ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਪੈਸਿਆਂ ਨੂੰ ਲੈ ਕੇ ਗੱਲਬਾਤ ਹੋਈ ਉਹ ਤੁਹਾਡੀ? ਗੱਲਬਾਤ ਹੋਈ ਸੀ, ਅਸੀਂ ਉਹਦਾ ਜ਼ਿਕਰ ਵੀ ਕੀਤਾ ਸੀ, ਪਰ ਹੁਣ ਅਸੀਂ ਉਹ ਜਦ ਸਰੀਰ ਕਰਕੇ ਹੀ ਨਹੀਂ ਰਹੇ ਤਾਂ ਫਿਰ ਅਸੀਂ ਉਹ ਜ਼ਿਕਰ ਕਰਦੇ ਚੰਗਾ ਨਹੀਂ ਲੱਗਦੇ। ਇੱਕ ਹੁਣ ਵੀਡੀਓ ਉਹਨਾਂ ਨੇ ਤੁਹਾਡੇ ਹੱਕ 'ਚ ਪਹਿਲਾਂ ਪਾਈ, ਫਿਰ ਉਹ ਖਿਲਾਫ ਹੋ ਗਏ ਤੁਹਾਡੇ। ਹਾਂ, ਉਹ ਹੱਕ 'ਚ ਹੀ ਰਹੇ ਨੇ, ਪਰ ਜਦੋਂ ਉਹ ਗੱਲ ਆਈ, ਮਾਇਆ ਦੀ ਗੱਲ ਆਈ, ਫਿਰ ਉਹ ਥੋੜਾ ਵਿਰੋਧ ਹੋਏ, ਪਰ ਜ਼ਿਆਦਾ ਵਿਰੋਧ ਉਹ ਤਾਂ ਬੋਲੇ ਜਦ ਸਮਰਾ ਜੀ ਉਹਨਾਂ ਨਾਲ ਮਿਲੇ। 28 ਤਰੀਕ ਨੂੰ 28 ਜੁਲਾਈ ਨੂੰ ਸਮਰਾ ਜੀ ਉਹਨਾਂ ਦੇ ਘਰ ਸਨ। ਫਿਰ ਸਮਰਾ ਜੀ ਨੇ ਇੱਕ ਵੀਡੀਓ 'ਚ ਬੋਲਿਆ ਕਿ 9 ਤਰੀਕ ਨੂੰ ਵੀ 10 ਨੂੰ ਉਹਨਾਂ ਦਾ ਚਲਾਣਾ ਹੋਇਆ ਕਿ 9 ਨੂੰ ਵੀ ਰਾਤੀ ਮੈਂ ਉੱਥੇ ਸੀ ਉਹਨਾਂ ਦੇ ਕੋਲ ਸੀ। ਇਹ ਉਹਨਾਂ ਨੇ ਇੱਕ ਵੀਡੀਓ 'ਚ ਵੀ ਬੋਲਿਆ। ਜਥੇਦਾਰ ਜੀ, ਤੁਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਇੰਟਰਵਿਊ ਦੇ ਰਹੇ ਹੋ, ਕੀ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਕਿਤੇ ਮਾਇਆ ਭੇਟਾ ਅੱਗੇ ਵੀ ਦੇਣੀ ਪੈਂਦੀ ਹੈ? ਅੱਗੇ ਕਿੱਥੇ? ਕਿਸੇ ਹੋਰ ਨੂੰ, ਕਮੇਟੀ ਨੂੰ, ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ? ਨਹੀਂ, ਐਸਾ ਕੁਝ ਨਹੀਂ ਹੈ, ਐਸਾ ਕੋਈ ਵਿਧਾਨ ਨਹੀਂ ਹੈ, ਐਸੀ ਕੋਈ ਗੱਲਬਾਤ ਨਹੀਂ ਹੈ। ਕੋਈ ਪ੍ਰੈਸ਼ਰ ਹੁੰਦਾ ਤੁਹਾਡੇ ਤੇ? ਨਾ, ਇਸ ਤਰ੍ਹਾਂ ਦਾ ਕੁਝ ਤੁਹਾਡੇ ਤੇ ਕੋਈ ਪ੍ਰੈਸ਼ਰ ਸੀ? ਮੇਰੇ ਤੇ ਹਾਂ, ਮੈਂ ਉਹਦਾ ਜ਼ਿਕਰ ਕਰ ਚੁੱਕਾ, ਪਰ ਹੁਣ ਜਦ ਉਹ ਨਹੀਂ ਰਹੇ ਤਾਂ ਮੈਂ ਫਿਰ ਦੁਬਾਰੇ ਉਹ ਜ਼ਿਕਰ ਨਹੀਂ ਕਰਨਾ ਚਾਹੁੰਦਾ। ਪੈਸੇ ਦੇਣ ਦਾ ਪ੍ਰੈਸ਼ਰ? ਹਾਂ, ਉਹ ਸੀਗਾ ਬਈ ਸਾਨੂੰ ਇਕੱਠਾ ਕਰਕੇ ਦਿਓ। ਹਾਂ, ਉਹ ਸੀਗਾ, ਪਰ ਅਸੀਂ ਉਹਦੇ ਬਾਰੇ ਹੁਣ ਗੱਲ ਨਹੀਂ ਕਰਨਾ ਬਾਕੀ ਚਾਹੁੰਦੇ। ਜਥੇਦਾਰਾਂ ਤੇ ਵੀ ਇਹ ਪ੍ਰੈਸ਼ਰ ਹੁੰਦਾ ਹੈ? ਬਾਕੀਆਂ ਦਾ ਮੈਂ ਨਹੀਂ ਕਹਿ ਸਕਦਾ, ਬਾਕੀਆਂ ਦਾ ਮੈਂ ਨਹੀਂ ਕਹਿ ਸਕਦਾ। ਮੇਰੇ ਤੇ ਸੀ ਜਿਹੜਾ, ਉਹ ਮੈਂ ਗੱਲ ਕਰ ਚੁੱਕਾ। ਜਦੋਂ ਹੁਣ ਸਤਿਕਾਰਯੋਗ ਪ੍ਰਧਾਨ ਜੀ ਸਾਡੇ ਸਰੀਰ ਕਰਕੇ ਕਿੰਨੀ ਕਮਾਇਆ ਸੀ ਉਹ? ਕਿੰਨੀ ਕਮਾਇਆ ਦਾ ਪ੍ਰੈਸ਼ਰ ਹੁੰਦਾ? ਗੱਲ ਇਹ ਹੈ, ਜਦੋਂ ਕੋਈ ਬੰਦਾ ਲੋਭ ਲਾਲਚ ਵਿੱਚ ਆ ਗਿਆ, ਫਿਰ ਕੋਈ ਸੀਮਾ ਨਹੀਂ ਹੁੰਦੀ। ਉਹ 100 ਵੀ ਹੋ ਸਕਦਾ, ਉਹ ਲੱਖ ਵੀ ਹੋ ਸਕਦਾ, ਉਹ ਵੱਧ ਵੀ ਹੋ ਸਕਦਾ। ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਔਰ ਜਿਸ ਪਦਵੀ ਤੇ ਬਿਠਾਇਆ ਹੈ ਉੱਥੋਂ ਤੱਕ ਸੀਮਤ ਰਹਿਣਾ ਚਾਹੀਦਾ ਸੀ, ਮਾਇਆ ਵੱਲ ਨਹੀਂ ਜਾਣਾ ਚਾਹੀਦਾ ਸੀ? ਦੇਖੋ, ਗੱਲ ਇਹ ਹੈ, ਮੈਨੂੰ ਜੇ ਕੋਈ ਪਟਨਾ ਸਾਹਿਬ ਵਾਸਤੇ ਪੰਜਾਬ ਤੋਂ ਜਾਂ ਕਿਤੋਂ ਹੋਰ ਸੰਗਤ ਮਾਇਆ ਦਿੰਦੀ ਹੈ ਤਾਂ ਮੈਂ ਉਹਨਾਂ ਨੂੰ ਪਹਿਲਾਂ ਕਹਿਣਾ ਵੀ ਤੁਸੀਂ ਆਨਲਾਈਨ ਜਮ੍ਹਾਂ ਕਰਾਓ। ਪ੍ਰਧਾਨ ਜੀ ਦੇ ਆਪਣੇ ਬਿਆਨ ਨੇ, ਇੱਕ ਵਾਰੀ ਉਹਨਾਂ ਨੇ 35 ਕਰੋੜ ਕਿਹਾ, ਇੱਕ ਵਾਰੀ ਉਹਨਾਂ ਨੇ 40 ਕਿਹਾ, ਇੱਕ ਵਾਰੀ 50 ਕਿਹਾ। ਸਾਡੇ ਜਾਣ ਤੋਂ ਉੱਥੇ ਲੰਗਰ ਦਾ ਨਿਰਮਾਣ ਹੋਇਆ, ਵੱਡੀਆਂ ਜਿਹੜੀਆਂ ਨੇ ਆਟੋਮੈਟਿਕ ਮਸ਼ੀਨਾਂ ਲੱਗੀਆਂ, ਦੀਵਾਨ ਹਾਲ ਕੰਪਲੀਟ ਹੋਇਆ, ਰਾਜਗੀਰ ਕੋਈ 35 ਕਮਰੇ ਕੰਪਲੀਟ ਹੋਏ ਨੇ, ਭਾਵੇਂ ਉਹ ਮਹਾਂਪੁਰਸ਼ ਸੇਵਾ ਕਰ ਰਹੇ ਨੇ, ਪਰ ਉਹਦੇ 'ਚ ਬਹੁਤ ਵੱਡਾ ਸਰਮਾਇਆ ਤਖ਼ਤ ਸਾਹਿਬ ਦਾ। ਸਾਰੇ ਬਹੁਤ ਜਗ੍ਹਾ ਕਰੋਨਾ ਵਿੱਚ ਸਟਾਫਾਂ ਦੀਆਂ ਤਨਖਾਹਾਂ ਆਦੀਆਂ ਹੋਈਆਂ, ਕਈ ਜਗ੍ਹਾ ਸਟਾਫਾਂ ਦੀ ਛਟਣੀ ਹੋਈ, ਪਰ ਮੈਂ ਪ੍ਰਬੰਧਕਾਂ ਨੂੰ ਕਿਹਾ ਵੀ ਅਸੀਂ ਨਹੀਂ ਇੱਥੇ ਕਰਨਾ, ਸਾਰਿਆਂ ਨੂੰ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ। ਉਹਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨਾਲ ਮੈਂ ਗੱਲ ਕਰਕੇ ਅਤੇ ਹੋਰ ਸੱਜਣਾਂ ਨਾਲ ਗੱਲ ਕਰਕੇ 2-4 ਵਾਰੀ ਉੱਥੇ ਰਾਸ਼ਨ ਵੀ ਸਾਰਿਆਂ ਨੂੰ ਵੰਡਿਆ ਗਿਆ, ਨਗਦ ਪੈਸੇ ਵੀ ਵੰਡੇ ਗਏ। ਅਖੰਡ ਪਾਠ ਬੰਦ ਹੋ ਗਏ ਸਨ, ਕੋਈ 60 ਦੇ ਕਰੀਬ ਉੱਥੇ ਪਾਠੀ ਸਿੰਘ ਨੇ ਜਿਨ੍ਹਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ, ਉਹਨਾਂ ਵਾਸਤੇ ਵੀ ਮਾਇਆ ਬਾਹਰੋਂ ਆਈ, ਸੰਗਤਾਂ ਨੇ ਭੇਜੀ, ਉਹ ਵੀ ਉੱਥੇ ਵੰਡੀ ਗਈ। ਸਭ ਦਾ ਜਿੰਨਾ ਅਸੀਂ ਵੱਧ ਤੋਂ ਵੱਧ ਅਸੀਂ ਆਪਣਾ ਫਰਜ਼ ਪੂਰਾ ਕੀਤਾ, ਔਰ ਫਰਜ਼ ਬਣਦਾ ਵੀ ਹੈ ਜਦ ਮਨੁੱਖ, ਜਦ ਸਮਾਂ ਵਿਪਤਾ ਦਾ ਹੋਵੇ ਤਾਂ ਜਿਹੜਾ ਮੁਖੀ ਹੁੰਦਾ ਹੈ ਉਹਦਾ ਫਰਜ਼ ਬਣਦਾ। ਅਸੀਂ ਆਪਣੇ ਪਰਿਵਾਰ ਦੇ ਮੁਖੀ ਹਾਂ, ਪਰਿਵਾਰ ਲਈ ਵੀ ਤਾਂ ਕਰਦੇ ਹਾਂ, ਅਤੇ ਇਸ ਲਈ ਉਹਨਾਂ ਲਈ ਕਰਨਾ ਮੇਰਾ ਆਪਣਾ ਫਰਜ਼ ਬਣਦਾ। ਬਾਕੀ ਕਿਸੇ ਕੋਲੋਂ ਪੈਸੇ ਮੰਗੇ ਨਹੀਂ। ਕੋਈ ਕਹਿ ਦੇਵੇ ਕਿ ਸਾਡੇ ਕੋਲ ਮੰਗੇ ਨੇ, ਤਾਂ ਅੱਜ ਸਾਰੀ ਦੁਨੀਆ ਸੁਣ ਰਹੀ ਹੈ, ਤੁਹਾਡੇ ਮਾਧਿਅਮ ਰਾਹੀਂ ਸੁਣ ਰਹੀ ਹੈ। ਕੋਈ ਕਹਿ ਦੇਵੇ ਕਿ ਸਾਡੇ ਕੋਲ ਪੈਸੇ ਮੰਗੇ ਨੇ ਜਾਂ ਅਸੀਂ ਦਿੱਤੇ ਨੇ ਤੇ ਰਸੀਦ ਨਹੀਂ ਮਿਲੀ। ਕੁਛ ਲੋਕ ਹੈ ਨੇ ਜਿਹੜੇ ਕੈਸ਼ ਦਿੰਦੇ ਨੇ, ਉਹ ਨਾਲੋਂ ਨਾਲ ਜਮ੍ਹਾਂ ਹੁੰਦਾ ਰਿਹਾ। ਮੇਰੇ ਕੋਲ ਇੰਨੀਆਂ ਰਸੀਦਾਂ ਅਜੇ ਵੀ ਪਈਆਂ ਨੇ, ਮੇਰੇ ਖਿਆਲ 2-3 ਕਰੋੜ ਦੀਆਂ ਰਸੀਦਾਂ ਮੇਰੇ ਕੋਲ ਹੋਣਗੀਆਂ, ਜਿਹੜਾ ਸੰਗਤਾਂ ਵੱਲੋਂ ਮਾਇਆ ਆਈ ਹੈ ਤੇ ਉੱਥੇ ਜਮ੍ਹਾਂ ਹੋਈ। ਇੱਕ ਪਰਿਵਾਰ ਮੈਨੂੰ ਮਿਲਿਆ ਦਿੱਲੀ, ਉਹਨਾਂ ਕਿਹਾ ਵੀ ਸਾਡੇ ਬਜ਼ੁਰਗ ਸਨ, ਉਹ ਕਹਿੰਦੇ ਵੀ ਸਾਡੇ ਕੋਲ ਸਾਰੀ ਉਮਰ ਦੀ ਜਿਹੜੀ ਮਿਹਨਤ ਸੀ, ਕਮਾਈ ਹੈਗੀ ਹੈ, ਉਹ ਅਸੀਂ ਤੁਹਾਨੂੰ ਭੇਟਾ ਕਰਦੇ ਹਾਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਤਖ਼ਤ ਸਾਹਿਬ ਨੂੰ ਚੈੱਕ ਦੇ ਦਿਓ, 55 ਲੱਖ ਰੁਪਇਆ ਉਹਨਾਂ ਨੇ। ਪ੍ਰਬੰਧਕਾਂ ਨੂੰ ਤਾਂ ਨਹੀਂ ਪਤਾ ਵੀ ਸਾਨੂੰ ਕੋਈ ਕਹਿ ਰਿਹਾ, ਤੁਹਾਨੂੰ ਤਾਂ ਨਹੀਂ ਪਤਾ ਵੀ ਸਾਨੂੰ ਕੋਈ ਕਹਿ ਰਿਹਾ, ਸਾਨੂੰ ਪਤਾ ਹੀ ਆ, ਸਾਡੇ ਗੁਰੂ ਨੂੰ ਤਾਂ ਪਤਾ, ਗੁਰੂ ਨੂੰ ਪਤਾ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ 55 ਲੱਖ ਰੁਪਇਆ ਤਖ਼ਤ ਸਾਹਿਬ ਜਮ੍ਹਾਂ ਕਰਾਓ। ਉਹਨਾਂ ਜਮ੍ਹਾਂ ਕਰਾਇਆ, ਬੜੇ ਖੁਸ਼ ਹੋਏ, ਸਾਡੀ ਵੀ ਖੁਸ਼ੀ ਹੈ। ਤਖ਼ਤ ਸਾਹਿਬ ਦਾ ਇੱਕ ਕੋਈ 150 ਰੁਪਇਆ ਅਗਰ ਤਖ਼ਤ ਸਾਹਿਬ ਕੋਈ ਭੇਟਾ ਕਰਦਾ, ਅਸੀਂ ਉਹਨੂੰ ਸਰੋਪਾ ਉਹ ਦਿੰਦੇ ਹਾਂ। ਤੇ ਜਿਹੜਾ ਬੰਦਾ ਕਹਿ ਰਿਹਾ ਵੀ ਕਰੋੜਾਂ ਰੁਪਏ ਦਾ ਸੋਨਾ ਦੇ ਰਿਹਾ, ਕਰੋੜਾਂ ਰੁਪਏ ਦੇ ਚੈੱਕ ਦੇ ਰਿਹਾ, ਤੇ ਉਹਨੂੰ ਸਨਮਾਨਿਤ ਕਰਨਾ ਤਾਂ ਸਾਡਾ ਫਰਜ਼ ਹੀ ਹੈ। ਕੋਈ ਕਮੀ ਰਹਿ ਗਈ ਜਥੇਦਾਰ ਜੀ ਸੇਵਾ 'ਚ, ਕੋਈ ਗਲਤੀ ਰਹਿ ਗਈ ਤੁਹਾਨੂੰ ਲੱਗਦਾ ਅੱਜ ਇੱਥੇ ਇਸ ਪੋਜੀਸ਼ਨ 'ਚ ਬਹਿ ਕੇ ਸਫਾਈ ਦੇਣੀ ਪੈ ਰਹੀ ਹੈ? ਦੇਖੋ ਜੀ, ਗਲਤੀਆਂ ਤਾਂ ਮਨੁੱਖ ਹੈ ਹੀ ਗਲਤੀਆਂ ਦਾ ਪੁਤਲਾ। ਇਹ ਸਤਿਗੁਰੂ ਦੀ ਸੇਵਾ ਵੱਲ ਦੇਖੀਏ, ਬਹੁਤ ਉੱਚੀ ਹੈ, ਬਹੁਤ ਉੱਚੀ ਹੈ। ਅਸੀਂ ਇੱਕ ਆਮ ਮਨੁੱਖ ਹਾਂ, ਆਮ ਜੀਵ ਹਾਂ।
ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਅਸੀਂ ਪੂਰੇ ਹਾਂ? ਪੂਰਾ ਤਾਂ ਗੁਰੂ ਹੀ ਹੈ। ਇਸ ਲਈ ਗਲਤੀ ਦੀ ਗੁੰਜਾਇਸ਼ ਕਿਧਰੇ ਵੀ ਹੁੰਦੀ ਹੈ ਔਰ ਗਲਤੀ ਦੀ ਗੁਰੂ ਮਾਫੀ ਵੀ ਦਿੰਦਾ ਹੈ। ਪਰ ਜਿਹੜਾ ਆ ਹੈਗਾ ਵੀ ਪੈਸੇ ਲੈ ਲਏ, ਅਬੋਰਸ਼ਨ ਕਰਾ ਦਿੱਤਾ, ਇਹ ਬਹੁਤ ਨੀਚ ਗੱਲਾਂ ਨੇ। ਇਹਨਾਂ ਨਾਲ ਸਾਡਾ ਇੱਕ ਰੱਤੀ ਭਰ ਵੀ, ਰੱਤੀ ਦਾ 100ਵਾਂ ਹਿੱਸਾ ਵੀ ਸਾਡਾ ਕੋਈ ਸੰਬੰਧ ਨਹੀਂ। ਅਸਤੀਫਾ ਦਿਓਗੇ? ਅਸਤੀਫਾ ਕਿਸ ਲਈ ਦੇਵਾਂਗੇ? ਨਹੀਂ ਦਿਓਗੇ? ਅਸੀਂ ਛੁੱਟੀ ਲਈ ਹੋਈ ਹੈ। ਅਸੀਂ ਆਪਣਾ ਯਤਨ ਕਰ ਰਹੇ ਹਾਂ ਵੀ ਜੋ ਸਾਡੇ ਤੇ ਇਹਨਾਂ ਇਲਜ਼ਾਮ ਲਾਏ ਨੇ ਉਹ ਪੰਜਾਂ ਪਿਆਰਿਆਂ ਦੇ ਸਾਹਮਣੇ ਵੀ ਅਸੀਂ ਕਾਗਜ਼ਾਤ ਪਹਿਲਾਂ ਹੀ, ਉਹ ਅਗਰ ਮੰਨ ਲੈਂਦੇ, ਪਹਿਲਾਂ ਹੀ ਸੁਣ ਲੈਂਦੇ ਤਾਂ ਉੱਥੇ ਕਲੀਅਰ ਹੋ ਜਾਣਾ ਸੀ। ਕਾਨੂੰਨ ਲੜਾਈ ਸੋਚ ਰਹੇ ਹੋ? ਕਾਨੂੰਨ ਲੜਾਈ ਦਾ ਤਾਂ ਮੇਰੇ ਖਿਆਲ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਵੀ ਕਾਨੂੰਨ ਲੜਾਈ ਕਰੀਏ। ਅਸੀਂ ਸਾਰੀ ਕੌਮ ਨੂੰ ਦੱਸਾਂਗੇ, ਸਾਰੇ ਗੁਰਸਿੱਖ ਬੁੱਧੀਜੀਵੀਆਂ ਨੂੰ ਦੱਸਾਂਗੇ, ਗੁਰੂ ਪੰਥ ਦੇ ਬੁੱਧੀਜੀਵੀ, ਉਹਨਾਂ ਨੂੰ ਪ੍ਰਾਰਥਨਾ ਕਰਾਂਗੇ ਕਿ ਤੁਸੀਂ ਦੱਸੋ ਵੀ ਕਾਇਮ ਮੁਕਾਮ ਜਥੇਦਾਰ ਨੂੰ ਬੁਲਾਇਆ ਜਾ ਸਕਦਾ। ਉਹਦੇ ਬਾਵਜੂਦ ਵੀ ਅਸੀਂ ਨਿਮਰਤਾ ਪ੍ਰਗਟ ਕਰਦੇ ਹਾਂ, ਉਹਨਾਂ ਕੋਲ ਗਏ ਵੀ ਹਾਂ। ਉਹਨਾਂ ਕਿਹਾ ਜੀ 30 ਸੈਕਿੰਡ ਮੈਨੂੰ ਉਹਨਾਂ ਨੇ ਦਿੱਤੇ ਹੋਣਗੇ, ਸਿਰਫ 30 ਸੈਕਿੰਡ, ਨਾਟ ਮੋਰ ਦੈਨ 30 ਸੈਕਿੰਡ। ਔਰ ਉਹ ਵੀ ਕੀਰਤਨ ਦੇ ਵਿੱਚ, ਕੀਰਤਨ ਹੋ ਰਿਹਾ ਤੇ ਉੱਥੇ ਖਲੋ ਕੇ 30 ਸੈਕਿੰਡ ਉਹਨਾਂ ਕੀ ਸੁਣ ਲਿਆ ਮੇਰੇ ਕੋਲੋਂ, ਕੀ ਮੈਨੂੰ ਦੱਸਤਾ? ਉਹਨਾਂ ਕਿਹਾ ਤੁਸੀਂ ਜਾਓ, ਜਲ ਪਾਣੀ ਛਕੋ, ਲੰਗਰ ਪਾਣੀ ਛਕੋ, ਤੁਹਾਨੂੰ ਅਸੀਂ 2 ਘੰਟੇ ਬਾਅਦ ਫੇਰ ਬੁਲਾ ਲਾਂਗੇ। ਤੇ ਮੈਂ ਬੁਲਾਇਆ ਨਹੀਂ ਨਾ, ਬੁਲਾਇਆ ਨਹੀਂ। ਐਸੇ ਗੱਲ ਦਾ ਦੁੱਖ ਹੈ। ਫੈਸਲਾ ਸੁਣਾ ਦਿੱਤਾ, ਇਹ ਤਨਖਾਹੀਆ ਕਰਾਰ ਦਿੱਤਾ ਤੇ ਦੋਸ਼ ਕੀ ਲਾਏ? ਉਹਨੂੰ ਹੁਕਮਨਾਮਾ ਕਿਉਂ ਦਿੱਤਾ? ਬਈ ਹੁਕਮਨਾਮਾ ਉਹਨੂੰ ਦਿੱਤਾ ਅਨੰਨ ਸੇਵਕ ਦਾ, ਇਹ ਗਲਤੀ ਲਾਈ। ਇੱਕ ਕਿਹਾ ਜੀ ਮਾਇਆ ਖੁਰਦ-ਬੁਰਦ, ਮਾਇਆ ਦਾ ਮਤਲਬ ਦੁਰਉਪਯੋਗ ਕੀਤਾ। ਇੱਕ ਉਹਨਾਂ ਨੇ ਇੱਕ ਹੋਰ ਚੀਜ਼ ਸੀ, ਪਤਾ ਨਹੀਂ ਕਿਹੜੀ, ਹਾਂ, ਪੰਜਾਂ ਪਿਆਰਿਆਂ ਨੂੰ ਇਹਨਾਂ ਨੇ ਮੈਨੇਜ ਕਰਨਾ ਚਾਹਿਆ। ਮੈਂ 5 ਪਿਆਰਿਆਂ ਨੂੰ ਮਿਲਿਆ ਹੀ ਨਹੀਂ ਉਸ ਤੋਂ ਪਹਿਲਾਂ, ਮੈਂ ਉਸੇ ਦਿਨ ਹੀ ਮਿਲਿਆ। ਕਿਵੇਂ ਮੈਨੇਜ ਕਰਨਾ ਹੈ, ਕਿਵੇਂ ਗੱਲ ਕਰਨੀ ਹੈ? ਹਾਂ, ਪ੍ਰਬੰਧਕਾਂ ਵਿੱਚ ਜੇ ਸਾਡੇ ਕੋਲ ਪ੍ਰਬੰਧ ਹੈ, ਅਸੀਂ ਪ੍ਰਬੰਧ ਦੇ ਵਿੱਚ ਅਸੀਂ ਜ਼ਿਕਰ ਕਰ ਸਕਦੇ ਹਾਂ ਕਿ ਫਲਾਣੇ ਬੰਦੇ ਦੀ ਡਿਊਟੀ ਫਲਾਣੇ ਥਾਂ ਲਾਈ ਜਾਏ, ਫਲਾਣੇ ਥਾਂ ਲਾਈ ਜਾਏ, ਉਹ ਸਾਡਾ ਜ਼ਿੰਮੇਵਾਰੀ ਹੈ। ਉਹ ਤਾਂ ਅਸੀਂ ਪ੍ਰਬੰਧ ਨਾਲ, ਬਾਹਰ ਲੋਕਾਂ ਨਾਲ ਤਾਂ ਨਹੀਂ ਕਰ ਰਹੇ, ਅਸੀਂ ਪ੍ਰਬੰਧ ਨਾਲ ਗੱਲ ਕਰ ਸਕਦੇ। ਹੁਣ ਤੁਸੀਂ ਜਥੇਦਾਰ ਅਕਾਲ ਤਖਤ ਨੂੰ ਅਪੀਲ ਕੀਤੀ ਇਹਦੇ ਬਾਰੇ? ਹਾਂਜੀ, ਉਹਨਾਂ ਨੂੰ ਅਸੀਂ ਲਿਖ ਕੇ ਭੇਜਿਆ। ਹੋਰ ਵੀ ਸੰਸਥਾਵਾਂ ਨੂੰ ਅਸੀਂ, ਚੀਫ ਖਾਲਸਾ ਦੀਵਾਨ ਹੈ, ਔਰ ਸੰਸਥਾਵਾਂ ਨੇ ਜਿਹੜੀਆਂ ਪੰਥ ਦੀਆਂ ਵੱਡੀਆਂ, SGPC ਹੈ, ਦਿੱਲੀ ਕਮੇਟੀ ਹੈ, ਹਜ਼ੂਰ ਸਾਹਿਬ ਹੈ, ਸਾਰੇ ਤਖਤਾਂ ਨੂੰ ਅਸੀਂ ਭੇਜਿਆ ਹੋਇਆ। ਬਹੁਤ ਧੰਨਵਾਦ ਜਥੇਦਾਰ ਜੀ, ਤੁਸੀਂ ਸਮਾਂ ਦਿੱਤਾ, ਗੱਲਬਾਤ ਕੀਤੀ। ਧੰਨਵਾਦ ਤੁਹਾਡਾ ਜਾਂ ਗੁਰੂ ਦਾ। ਗੁਰੂ ਕਰੇ ਇਹ ਜਿਹੜਾ ਵਿਵਾਦ ਬਣਿਆ ਹੈ ਆਪਣੇ ਵਿੱਚ, ਪੱਖ ਕਲੀਅਰ ਕਰਨ ਦਾ ਮੌਕਾ ਦੇਣਾ ਚਾਹੀਦਾ। ਜੇ ਦੁਨੀਆ ਦੀ ਕੋਈ ਅਦਾਲਤ ਨਹੀਂ ਹੈ ਜਿੱਥੇ ਜੇ ਕੋਈ ਮੁਜਰਮ ਵੀ ਹੈ ਤਾਂ ਉਹਦਾ ਵੀ ਪੱਖ ਸੁਣਿਆ ਜਾਂਦਾ। ਤੇ ਜੇ ਗੁਰੂ ਪਾਤਸ਼ਾਹ ਦੀ ਅਦਾਲਤ ਹੈ, ਤੁਹਾਨੂੰ ਕਿਸੇ ਨੂੰ ਮਾਣ ਮਿਲਿਆ 5 ਪਿਆਰਾ ਹੋਣ ਦਾ, ਗ੍ਰੰਥੀ ਹੋਣ ਦਾ, ਤਖਤ ਸਾਹਿਬ ਦਾ ਸੇਵਕ ਹੋਣ ਦਾ, ਤੇ ਤੁਸੀਂ ਇੱਕ ਸੇਵਾਦਾਰ ਸਰਵੋੱਚ ਪਦਵੀ ਤੇ ਬੈਠਾ, ਤੁਸੀਂ ਉਹਦਾ ਪੱਖ ਵੀ ਨਾ ਸੁਣੋ, ਤੇ ਇਹ ਦੋਸ਼ ਹੈ ਕਿ ਨਹੀਂ ਹੈ? ਇਹ ਗੁਨਾਹ ਹੈ ਕਿ ਨਹੀਂ ਹੈ? ਕਿਉਂ ਨਹੀਂ ਪੱਖ ਸੁਣਿਆ ਗਿਆ? ਜੇ ਕੋਈ ਕਾਗਜ਼ ਉਹਨੇ ਦਿੱਤੇ ਸੀ ਮੈਨੂੰ ਦਿਖਾਉਂਦੇ, ਮੈਂ ਕਹਿੰਦਾ ਵੀ ਇਹ ਠੀਕ ਨੇ, ਉਹਦੀ ਜਾਂਚ ਪੜਤਾਲ ਹੁੰਦੀ। ਇਹ ਤਾਂ ਨਹੀਂ ਬਈ ਤੁਸੀਂ ਪਟਨਾ ਸਾਹਿਬ ਦਾ ਆਪਣਾ ਹੁਕਮਨਾਮਾ ਹੈ ਬਈ 40 ਸਾਲ ਤੋਂ ਘੱਟ ਦਾ ਬੰਦਾ 5 ਪਿਆਰਿਆਂ 'ਚ ਨਹੀਂ ਲੱਗ ਸਕਦਾ। ਅਨਮੈਚਿਓਰ ਫੈਸਲੇ ਹੁੰਦੇ, ਇਹ ਅਨਮੈਚਿਓਰ ਫੈਸਲਾ ਹੈ, ਇਹ ਮੈਚਿਓਰ ਫੈਸਲਾ ਨਹੀਂ ਹੈ। ਫਿਰ ਉਹਦੇ ਵਿੱਚ ਹੈ ਵੀ ਕੋਈ ਅੰਗਹੀਣ ਨਾ ਹੋਵੇ, ਜਿਹੜੇ ਸਾਡੇ 5 ਪਿਆਰਿਆਂ ਦੀ ਮਰਿਆਦਾ ਹੈਗੀ। ਚਲੋ ਜੇ ਉਹਨਾਂ ਨੇ ਫੈਸਲਾ ਕੀਤਾ ਹੈਗਾ ਉਸ 'ਤੇ ਫਿਰ ਵਿਚਾਰ ਕਰਨ, ਅਸੀਂ ਫਿਰ ਉਹਨਾਂ ਨੂੰ ਕਵਾਂਗੇ ਕਿ ਦੁਬਾਰੇ ਵਿਚਾਰ ਕਰੋ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੇਸ਼ਕਸ਼ 'ਚ ਇੰਨਾ ਹੀ, ਸੰਗਤ ਨੇ ਫੈਸਲਾ ਕਰਨਾ ਹੈ, ਸੱਚ ਤੇ ਝੂਠ ਦਾ ਨਤਾਰਾ ਗੁਰੂ ਸਾਹਿਬ ਨੇ ਕਰਨਾ ਹੈ, ਗੁਰੂ ਸਾਹਿਬ ਇਸ ਦਾ ਫੈਸਲਾ ਆਪ ਕਰਨਗੇ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।